मैं पंजाब दी असैंबली च एक मता लेके आऊँगा जी। तीजी वार वो विधायक बनने नूं ਉਹਦੇ ਤੇ रोक लगनी चाहिए। विदेशों च साडी जवानी जाके रोले ना, लोगों का हक खो के अपने भाई भतीजिਆਂ ਦੇ ਨਾਂ ना करन, जिहदा करके बहुत बड़ा नुकसान होया। जवाब देने चाहिए, बिल्कुल भजना नहीं चाहिए। ਜਿਹੜੇ ਉੱਥੇ ਸੌਂ ਕੇ ਮੁੜੇ ਆਉਂਦੇ ਆ, ਭੱਤੇ ਲੈ ਕੇ ਮੁੜੇ ਆਉਂਦੇ ਆ। ਹਲਚਲ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕੋ, ਅੱਜ ਤੁਹਾਨੂੰ ਮਿਲਾ ਰਹੇ ਹਾਂ ਸੀਨੀਅਰ ਕਾਂਗਰਸੀ ਆਗੂ ਤੇ ਘਾਗ ਸਿਆਸਤਦਾਨ ਸ਼੍ਰੀ ਅਜੀਤ ਸਿੰਘ ਸ਼ਾਨ ਜੀ। ਸ਼ਾਨ ਸਾਹਿਬ, ਤੁਹਾਡਾ ਸਾਡੇ ਪ੍ਰੋਗਰਾਮ 'ਚ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਜੀ ਆਇਆਂ ਨੂੰ। ਤੁਸੀਂ ਅੱਜ ਮੈਨੂੰ ਹਲਚਲ ਟੀਵੀ ਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ, ਦਰਸ਼ਕਾਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ ਔਰ ਆਵਾਮ ਤੱਕ ਮੇਰੀ ਪਰਸਨੈਲਿਟੀ ਨੂੰ ਤੁਸੀਂ ਉਭਾਰਨ ਦਾ ਯਤਨ ਕੀਤਾ। ਮੈਂ ਕਰੋੜ ਵਾਰ ਤੁਹਾਡਾ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਸਿੰਘ ਸ਼ਾਨ ਜੀ ਬਹੁਤ ਸੀਨੀਅਰ ਆਗੂ ਨੇ, ਜਿਹੜੇ ਸਿਆਸਤ ਵਿੱਚ ਬਹੁਤ ਲੰਮਾ ਸਮਾਂ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਕਰ ਰਹੇ ਨੇ। ਤੇ ਸਿਆਸਤ ਵਿੱਚ ਸੇਵਾ ਕਰਨ ਵਾਲੇ ਤਾਂ ਆਗੂ ਬਹੁਤ ਨੇ, ਪਰ ਜਿਹੜੀ ਇਮਾਨਦਾਰੀ ਨਾਲ ਸੇਵਾ ਕਰਨੀ, ਬਿਲਕੁਲ ਨਿਰਸਵਾਰਥ ਸੇਵਾ ਕਰਨੀ, ਉਹ ਅਜੀਤ ਸਿੰਘ ਸ਼ਾਨ ਦੇ ਹਿੱਸੇ ਆਈ ਹੈ। ਅਜੀਤ ਸਿੰਘ ਸ਼ਾਨ ਜੀ ਦਾ ਪਰਿਵਾਰ ਵੀ ਜਿਹੜਾ ਪੰਜਾਬ ਦੇ ਲੋਕਾਂ ਦੀ ਬਹੁਤ ਲੰਮਾ ਸਮਾਂ ਸੇਵਾ ਕਰਦਾ ਰਿਹਾ। ਇਹਨਾਂ ਦੇ ਫਾਦਰ ਸਾਹਿਬ ਜਿਹੜੇ ਜਨਤਾ ਦੀ ਬਹੁਤ ਸੇਵਾ ਕੀਤੀ ਹੈ। ਸ਼ਾਨ ਸਾਹਿਬ, ਸਭ ਤੋਂ ਪਹਿਲਾਂ ਆਪਾਂ ਤੁਹਾਡੇ ਜਿਹੜੀ ਲਾਈਫ ਬਾਰੇ ਗੱਲ ਕਰਦੇ ਹਾਂ। ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਸਿਆਸਤ 'ਚ ਆਉਣ ਬਾਰੇ ਕਿਵੇਂ ਸੋਚਿਆ? ਮੇਰਾ ਦਰਅਸਲ ਪਿਛੋਕੜਾ ਜਿਹੜਾ ਜੀ, ਮੇਰੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਸ਼ਾਂਤ ਜੀ, ਉਹ ਆਪਣੇ ਵਕਤ ਦੇ ਢਾਡੀ ਵੀ ਸਨ ਜੀ, ਵਧੀਆ ਪ੍ਰਚਾਰਕ ਵੀ ਸਨ ਜੀ, ਤੇ ਉਹਨਾਂ ਵੇਲਿਆਂ 'ਚ ਜੀ, ਬਹੁਤ ਵੱਡੇ ਵੱਡੇ ਉਹ ਢਾਡੀ ਫੰਕਸ਼ਨਾਂ 'ਚ ਜਾਂਦੇ ਸੀ, ਜੀ, ਜਿੱਥੋਂ ਉਹਨਾਂ ਨੂੰ ਸੰਤ ਫਤਿਹ ਸਿੰਘ ਹੋਣਾ ਨੇ ਆਪਣੇ ਨਾਲ ਲੈ ਕੇ ਇਹ ਗੁੜਤੀ ਦਿੱਤੀ। ਜੀ, ਉਹ ਮੈਂਬਰ ਸ਼੍ਰੋਮਣੀ ਕਮੇਟੀ ਬਣੇ ਜੀ, 62-63 'ਚ ਜੀ, ਮੀਤ ਪ੍ਰਧਾਨ ਬਣੇ 14-15 ਸਾਲ ਇਸ ਅਹੁਦੇ ਤੇ ਰਹਿੰਦਿਆਂ। ਜੀ, 1972 'ਚ ਉਹਨਾਂ ਨੇ ਅਕਾਲੀ ਦਲ ਦੀ ਟਿਕਟ ਲੜੀ ਸੀ ਨਿਹਾਲ ਸਿੰਘ ਵਾਲੇ ਤੋਂ ਪਹਿਲੀ ਵਾਰ। ਜੀ, ਉਦੋਂ ਪਹਿਲਾਂ ਅਕਾਲੀ ਦਲ ਦਾ ਕੋਈ ਕੈਂਡੀਡੇਟ ਉੱਥੇ ਲੜਿਆ ਨਹੀਂ ਸੀ। ਜੀ, ਤੇ ਉਹ ਚੋਣ ਅਸੀਂ ਥੋੜੀਆਂ ਜਿਹੀਆਂ ਵੋਟਾਂ ਨਾਲ ਹਾਰੇ ਸੀ। ਜੀ, 77 ਦੀ ਚੋਣ ਹੈ ਜਿਹੜੀ, ਜੀ, ਉਹ ਬੜੀ ਸ਼ਾਨ ਨਾਲ ਸਰਦਾਰ ਗੁਰਦੇਵ ਸਿੰਘ ਸ਼ਾਂਤ ਜਿੱਤ ਕੇ ਅਸੈਂਬਲੀ 'ਚ ਗਏ ਸੀ। ਜੀ, ਉਸ ਤੋਂ ਸਾਡਾ ਰਾਜਸੀ ਜੀਵਨ ਹੈ ਜਿਹੜਾ, ਜੀ, ਉਹ ਪ੍ਰੋੜਤਾ ਨਾਲ ਚੱਲਦਾ। ਤੇ ਉਹਨਾਂ ਦੇ ਨਾਲ ਚੱਲਦਿਆਂ ਜਦੋਂ ਅਸੈਂਬਲੀ 'ਚ ਜਾਂਦੇ ਸੀ, ਜੀ, ਮੈਂ ਉਦੋਂ ਪੜ੍ਹਦਾ ਹੁੰਦਾ ਸੀ ਜਾਂ ਟੀਚਰ ਟ੍ਰੇਨਿੰਗ ਕਰਦਾ ਸੀ। ਮੈਂ ਬਤੌਰ ਪੰਜਾਬੀ ਅਧਿਆਪਕ ਰਿਟਾਇਰ ਹੋਇਆ ਜੀ। ਉਹਨਾਂ ਸਮਿਆਂ 'ਚ ਜਦੋਂ ਉਸ ਅਸੈਂਬਲੀ 'ਚ ਕੁਐਸਚਨ ਕਰਦੇ ਸੀ ਜੀ, ਮੈਂ ਉਹਨਾਂ ਦੀ ਤਿਆਰੀ ਮੈਂ ਨਾਲ ਕਰਵਾਉਣ 'ਚ ਸਹਾਇਕ ਹੁੰਦਾ ਸੀ, ਜਿੱਥੋਂ ਮੈਨੂੰ ਇਹ ਲਗਨ ਲੱਗੀ ਕਿ ਲੋਕ ਸੇਵਾ ਕਰਨੀ ਇੱਕ ਬਹੁਤ ਵੱਡਾ ਧਰਮ ਦਾ ਕੰਮ ਹੈ। ਲੋਕਾਂ ਦੇ ਮਸਲਿਆਂ ਨੂੰ ਜਿਹੜਾ ਮੰਚ ਹੈ ਪੰਜਾਬ ਦੀ ਅਸੈਂਬਲੀ ਲੋਕ ਸਭਾ, ਇਹ ਬਹੁਤ ਵੱਡਾ ਇੱਕ ਮੰਦਰ ਹੈ ਜਿੱਥੇ ਜਾ ਕੇ ਅਸੀਂ ਜਿੱਥੇ ਅਰਦਾਸ ਵੀ ਕਰ ਲੈਂਦੇ ਹਾਂ ਜਾਂ ਜਿੱਥੇ ਜਾ ਕੇ ਲੋਕਾਂ ਦੇ ਦੁੱਖ ਦੀ ਰਗ ਤੇ ਹੱਥ ਰੱਖ ਕੇ ਉਹਦਾ ਸਮਾਧਾਨ ਵੀ ਕਰਵਾ ਸਕਦੇ ਹਾਂ। ਜਿਹੜੇ ਮਸਲਿਆਂ ਤੇ ਜਾ ਕੇ ਕੋਈ ਵਿਧਾਇਕ ਜਿਹਦੀ ਬਹੁਤ ਵੱਡੀ ਪਾਵਰ ਹੁੰਦੀ ਹੈ, ਉਹ ਜਦੋਂ ਜਾ ਕੇ ਪੰਜਾਬ ਦੀ ਅਸੈਂਬਲੀ 'ਚ ਕੋਈ ਆਸ਼ਵਾਸਨ ਦਵਾਉਂਦਾ ਹੈ, ਲੈਂਦਾ ਸਰਕਾਰ ਤੋਂ, ਉਹ ਮਸਲੇ ਸਰਕਾਰ ਨੂੰ ਪੂਰੇ ਹੱਲ ਕਰਨੇ ਪੈਂਦੇ ਆ। ਇਸ ਕਰਕੇ ਵਿਧਾਇਕ ਆ ਜਿਹੜਾ, ਉਹ ਇੱਕ ਬਹੁਤ ਵੱਡੀ ਪਾਵਰ ਹੁੰਦੀ ਹੈ, ਲੇਕਿਨ ਅਸੀਂ ਇਹ ਪਾਵਰ ਨੂੰ ਵਰਤਦੇ ਨਹੀਂ। ਮੈਂ ਸਭ ਤੋਂ ਵੱਧ 7 ਤੋਂ ਲੈ ਕੇ 12 ਤੱਕ ਸਭ ਤੋਂ ਵੱਧ ਪੰਜਾਬ ਦੀ ਅਸੈਂਬਲੀ 'ਚ ਕੁਐਸਚਨ ਕੀਤੇ ਆ। ਉਹਦਾ ਕਾਰਨ ਸੀ ਕਿ ਮੇਰਾ ਪਿਛੋਕੜ ਹੋਣ ਕਰਕੇ ਮੈਨੂੰ ਉਹਦਾ ਤਜਰਬਾ ਸੀ। ਮੁਲਾਜ਼ਮਾਂ ਦੇ, ਮਜ਼ਦੂਰਾਂ ਦੇ ਤੇ ਹੋਰ ਬਹੁਤ ਵੱਡੇ ਪੱਧਰ ਤੇ ਆ। 2005 'ਚ ਜਿਹੜੀ ਆ ਸਰਦਾਰ ਮਨਮੋਹਨ ਸਿੰਘ ਹੋਣਾ ਨੇ ਨਰੇਗਾ ਸਕੀਮ ਲਿਆਂਦੀ ਹੈ ਸੈਂਟਰ ਪੱਧਰ ਤੇ। ਪੰਜਾਬ ਦੇ 2 ਜ਼ਿਲ੍ਹੇ ਸੀ, ਅੰਮ੍ਰਿਤਸਰ ਤੇ ਹੁਸ਼ਿਆਰਪੁਰ, ਉੱਥੇ ਨਰੇਗਾ ਇੱਕ ਟ੍ਰਾਇਲ ਦੇ ਤੌਰ ਤੇ ਲਾਗੂ ਸੀ। ਮੈਂ 7 'ਚ ਅਸੈਂਬਲੀ 'ਚ ਗਿਆ, ਮੈਂ ਇਹਦੀ ਸਮੀਖਿਆ ਕੀਤੀ। ਸੁੱਚਾ ਸਿੰਘ ਹੋਣੀ ਅਰਥ ਸ਼ਾਸਤਰੀ ਹੁੰਦੇ ਸੀ, ਉਹਨਾਂ ਨੂੰ ਅਸੀਂ ਮਿਲੇ। ਉਹਨਾਂ ਤੋਂ ਸਾਨੂੰ ਪਤਾ ਲੱਗਿਆ ਵੀ ਜਿਹੜੇ 20 ਜ਼ਿਲ੍ਹੇ ਆ ਪੰਜਾਬ ਦੇ, ਉੱਥੇ ਨਰੇਗਾ ਲਾਗੂ ਨਹੀਂ। ਮੈਂ ਅਸੈਂਬਲੀ 'ਚ ਕੁਐਸਚਨ ਕੀਤਾ ਤੇ ਪੰਜਾਬ ਦੇ 20 ਜ਼ਿਲ੍ਹਿਆਂ 'ਚ ਨਰੇਗਾ ਲਾਗੂ ਹੋ ਗਈ, ਜਿਹਦੇ ਨਾਲ ਗਰੀਬ ਘਰਾਂ ਦਾ ਚੁੱਲ੍ਹਾ ਜਿਹੜਾ ਤਪਣ ਲੱਗ ਗਿਆ, ਗਰੀਬ ਘਰਾਂ 'ਚ ਰੋਟੀ ਪੱਕਣ ਲੱਗ ਗਈ। ਇੱਕ ਬਹੁਤ ਵੱਡਾ ਇੱਕ ਜੌਬ ਹੈ ਜਿਹੜੀ ਗਰੰਟਡ ਹੈ, 100 ਦਿਨ ਦਾ ਰੁਜ਼ਗਾਰ ਦਿੰਦੀ ਹੈ। ਐਸੇ ਮਸਲੇ ਜਦੋਂ ਅਸੀਂ ਅਸੈਂਬਲੀ 'ਚ ਉਠਾਉਂਦੇ ਆ, ਉਹਨਾਂ ਤੇ ਕਾਰਗਰ ਸਰਕਾਰ ਹੈ ਜਿਹੜੇ ਉਹ ਲੈਂਦੀ, ਐਕਸ਼ਨ ਲੈਂਦੀ ਹੈ। ਇਸ ਕਰਕੇ ਅਸੈਂਬਲੀ ਬਹੁਤ ਵੱਡੀ ਜਿਹੜੀ ਚੀਜ਼ ਹੈ, ਇਹਨੂੰ ਇਸ ਤਰ੍ਹਾਂ ਦੇ ਨੁਮਾਇੰਦੇ ਜਿਹੜੇ ਆ ਉੱਥੇ ਭੇਜਣੇ ਚਾਹੀਦੇ ਆ ਕਿ ਜਾਂ ਤਾਂ ਕਿ ਉੱਥੇ ਜਾ ਕੇ ਬੋਲਣ। ਬਿਨਾਂ ਬੋਲਣ ਤੋਂ ਉੱਥੇ ਕੋਈ ਕੰਮ ਨਹੀਂ ਗਾ। ਇਸ ਕਰਕੇ ਮੈਂ ਉੱਥੇ ਜਾ ਕੇ
ਆਪਦੀ 5 ਸਾਲ ਦੀ ਟਨਿਓਰ ਵਿੱਚ ਆਪਦੇ ਹਲਕੇ 'ਚ ਕਾਲਜ ਵੀ ਲੈ ਕੇ ਆਇਆ। ਮੇਰੇ ਹਲਕੇ 'ਚ ਸਰਕਾਰੀ ਕਾਲਜ ਨਹੀਂ ਸੀ, ਮੈਂ ਉੱਥੇ ਅੰਕੜੇ ਰੱਖੇ। ਇੱਕ ਸਰਕਾਰੀ ਕਾਲਜ ਪੰਜਾਬ 'ਚ 17 ਆਏ ਸੀ, ਇੱਕ ਨਿਹਾਲ ਸਿੰਘ ਵਾਲੇ ਬਣ ਗਿਆ। ਬਿਜਲੀ ਦਾ ਮਸਲਾ ਉਠਾਇਆ, 2 ਗ੍ਰਿਡ ਮੈਂ ਆਪਦੇ ਹਲਕੇ 'ਚ ਬਣਾਉਣ 'ਚ ਸਫਲ ਹੋ ਗਿਆ। ਇਸੇ ਤਰ੍ਹਾਂ ਮੈਂ ਆਪਦੇ ਹਲਕੇ 'ਚ ਸੜਕਾਂ, ਪੁਲ, ਮੰਡੀਆਂ ਬਹੁਤ ਕੁਝ ਸਥਾਪਿਤ ਕਰਨਾ, ਸਕੂਲਾਂ ਨੂੰ ਅਪਗ੍ਰੇਡ ਕਰਾਉਣ 'ਚ ਮੇਰਾ ਕਾਫੀ ਯੋਗਦਾਨ ਰਿਹਾ, ਮੇਰੇ ਪਿਤਾ ਜੀ ਦਾ ਵੀ ਯੋਗਦਾਨ ਰਿਹਾ। ਇਸ ਕਰਕੇ ਇਹਨਾਂ ਚੀਜ਼ਾਂ ਤੇ ਸਭ ਤੋਂ ਵੱਧ ਸਵਾਲ ਹੈ ਜਿਹੜੇ ਮੈਂ ਅਸੈਂਬਲੀ 'ਚ ਕਰਨ ਦਾ ਮੈਨੂੰ ਇਹ ਮਾਣ ਵੀ ਪ੍ਰਾਪਤ ਹੈ। ਤੇ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਲੋਕਾਂ ਨੂੰ ਅਸੈਂਬਲੀ 'ਚ ਜਾਣਾ ਚਾਹੀਦਾ ਜਿਹੜੇ ਉੱਥੇ ਜਾ ਕੇ ਡਿਬੇਟ ਕਰਨ, ਉਹਦੇ 'ਚ ਹਿੱਸਾ ਲੈਣ, ਆਪਣੇ ਆਪਣੇ ਹਲਕੇ ਦੀ ਤੇ ਲੋਕਾਂ ਦੀ ਸਮੱਸਿਆ ਨੂੰ ਉੱਥੇ ਹੱਲ ਕਰਵਾਉਣ ਬਹਿ ਕੇ। ਬਿਲਕੁਲ ਸ਼ਾਹ ਸਾਹਿਬ, ਜਿਹੜੇ ਐਕਚੁਅਲੀ ਕਿ ਅਸੀਂ ਨੁਮਾਇੰਦੇ ਚੁਣਦੇ ਹਾਂ ਦਰਸ਼ਕੋ ਆਪਣੇ ਵਿਧਾਨ ਸਭਾ ਲਈ ਜਾਂ ਲੋਕ ਸਭਾ ਲਈ, ਨੁਮਾਇੰਦਿਆਂ ਦਾ ਮਤਲਬ ਚੁਣਦੇ ਤਾਂ ਇਸੇ ਕਰਕੇ ਆ ਕਿ ਜਿਹੜੇ ਆਮ ਲੋਕਾਂ ਦੀ, ਆਮ ਹਲਕਿਆਂ ਦੀ, ਆਮ ਦੀ ਸਮੱਸਿਆ ਹੈ ਉਹ ਜਿਹੜੀ ਵਿਧਾਨ ਸਭਾ 'ਚ ਜਾਂ ਲੋਕ ਸਭਾ 'ਚ ਉਹ ਸਮੱਸਿਆ ਉਠਾਉਣ, ਉਹ ਮੁੱਦੇ ਉਠਾਉਣ। ਪਰ ਸ਼ਾਹ ਸਾਹਿਬ ਅੱਜ ਕੱਲ੍ਹ ਇਹ ਤੁਹਾਡੇ ਵਰਗੇ ਕੁਛ ਕੁ ਗਿਣਤੀ ਦੇ ਜਿਹੜੇ ਨੁਮਾਇੰਦੇ ਰਹਿ ਗਏ ਆ ਜਿਹੜੇ ਉੱਥੇ ਸਵਾਲ ਕਰਦੇ ਆ, ਨਹੀਂ ਬਹੁਤੇ ਤਾਂ ਉੱਥੇ ਸੁਣ ਕੇ ਤੇ ਵੋਟਾਂ ਪਾ ਕੇ ਉਹ ਪਾਰਟੀ ਦੇ ਕਹਿਣ ਮੁਤਾਬਕ ਮੁੜ ਆਉਂਦੇ ਆ। ਤੇ ਬਿਲਕੁਲ ਇਹ ਸਾਰੇ ਜਿਹੜੇ ਹੈਗੇ ਸਾਡੇ ਨੁਮਾਇੰਦਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਜਿਹੜੇ ਕਿ ਮੁੱਦੇ ਉਠਾਉਣੇ ਚਾਹੀਦੇ ਆ। ਤੇ ਸ਼ਾਹ ਸਾਹਿਬ, ਤੁਸੀਂ ਸਭ ਤੋਂ ਪਹਿਲਾਂ ਇਲੈਕਸ਼ਨ ਕਦੋਂ ਲੜੇ, ਕਿਹੜੇ ਸਾਲ 'ਚ? ਮੈਂ ਪੰਜਾਬੀ ਟੀਚਰ ਸੀ ਜੀ, ਤੇ 1991 'ਚ ਜੀ ਪਹਿਲੀ ਇਲੈਕਸ਼ਨ ਜਦੋਂ ਚੰਦਰ ਸ਼ੇਖਰ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਦੋਂ ਲੋਕ ਸਭਾ ਤੇ ਵਿਧਾਨ ਸਭਾ ਇਕੱਠੀਆਂ ਚੋਣਾਂ ਹੋ ਰਹੀਆਂ ਸੀ ਜੀ। ਤੇ ਪੰਜਾਬ ਦੀ ਚੋਣ ਵੀ ਨਾਲ ਹੀ ਹੋ ਰਹੀ ਸੀ ਕਿਉਂਕਿ ਪਹਿਲਾਂ ਗਵਰਨਰੀ ਰਾਜ ਸੀ, 85-86 ਤੋਂ ਚੱਲਿਆ ਆ ਰਿਹਾ। ਉਹਦਾ ਕਰਕੇ ਲੰਮੇ ਸਮੇਂ ਬਾਅਦ ਪੰਜਾਬ ਦੀ ਚੋਣ ਹੋਈ। ਮੈਨੂੰ ਬਾਦਲ ਸਾਹਿਬ ਨੇ ਉਦੋਂ ਟਿਕਟ ਰਿਜ਼ਾਈਨ ਕਰਾ ਕੇ ਪੰਜਾਬ ਦੀ ਅਧਿਆਪਕ ਦੇ ਮਹਿਕਮੇ ਤੋਂ ਮੈਂ ਚੋਣ ਲੜੀ ਸੀ ਉਦੋਂ, ਲੇਕਿਨ ਬਦਕਿਸਮਤੀ ਉਹ 60 ਦਿਨ ਚੋਣ ਲੜੀ ਗਈ ਲੇਕਿਨ ਰੱਦ ਹੋ ਗਈ ਜੀ। ਉਦੋਂ ਬਾਅਦ 1 ਸਾਲ ਬਾਅਦ ਫਿਰ ਚੋਣ ਹੋਈ ਜਿਹਦੇ 'ਚ ਸਰਦਾਰ ਬੇਅੰਤ ਸਿੰਘ ਹੁਣੀ ਮੁੱਖ ਮੰਤਰੀ ਬਣੇ। ਉਹ ਚੋਣ ਅਸੀਂ ਬਾਈਕਾਟ ਕਰ ਗਏ। ਉਸ ਤੋਂ ਬਾਅਦ ਮੈਂ 2002 'ਚ ਆਜ਼ਾਦ ਚੋਣ ਲੜੀ ਪੰਜਾਬ ਦੇ ਵਿੱਚ ਪਹਿਲੀ ਵਾਰ, ਤਾਂ ਕਿ ਮੈਂ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਸੀ। ਮੈਂ ਅਧਿਆਪਕ ਦਾ ਕਿੱਤਾ ਆਪਣੀ ਮਰਜ਼ੀ ਨਾਲ ਮੈਂ ਛੱਡ ਕੇ ਲੋਕ ਸੇਵਾ 'ਚ ਆ ਗਿਆ। ਉਦੋਂ ਮੈਂ 3ਜੇ ਨੰਬਰ ਤੇ ਆਇਆ। ਉਸ ਤੋਂ ਬਾਅਦ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਾਫੀ ਨੇੜੇ ਸੀ, ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਤੇ ਉਹਨਾਂ ਨੂੰ ਮੈਨੂੰ ਟਿਕਟ ਦਿਵਾਉਣ ਦਾ ਪੂਰਾ ਉਹਨਾਂ ਨੇ ਤਹਈਆ ਕੀਤਾ, ਲੇਕਿਨ ਮੈਨੂੰ ਟਿਕਟ ਨਾ ਮਿਲ ਸਕੀ। ਮੈਂ ਫਿਰ 2007 'ਚ, ਕਿਉਂਕਿ ਸਾਡਾ ਨੇਟਿਵ ਹਲਕਾ ਨਿਹਾਲ ਸਿੰਘ ਵਾਲਾ, ਤੇ ਮੈਂ ਉਦੋਂ ਚੋਣ ਲੜੀ ਜਦੋਂ, ਤੇ ਮੈਨੂੰ ਸਭ ਤੋਂ ਵੱਧ ਵੋਟਾਂ ਪਈਆਂ ਤੇ ਮੈਂ ਉਦੋਂ ਅਸੈਂਬਲੀ 'ਚ ਪਹੁੰਚ ਗਿਆ। ਇਸ ਕਰਕੇ ਮੇਰਾ ਉੱਥੋਂ ਜਿਹੜਾ ਅਸੈਂਬਲੀ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੁੰਦਾ ਹੈ। ਇਸ ਕਰਕੇ ਵੀ ਇਹ ਜਿਹੜਾ ਉੱਥੇ ਪਹੁੰਚਣ ਦਾ ਹੈ, ਇਕੱਲਾ ਇਹ ਪਹੁੰਚਣ ਦਾ ਹੀ ਨਹੀਂ, ਉੱਥੇ ਜਾ ਕੇ ਬੋਲਣ ਦਾ ਵੀ ਮਸਲਾ ਹੈ ਕਿ ਕੋਈ ਪਾਰਲੀਮੈਂਟ 'ਚ ਜਾਂਦਾ ਹੈ, ਉਹੀ ਬੰਦਾ ਗਿਣਿਆ ਜਾਂਦਾ ਜਿਹੜਾ ਉੱਥੇ ਜਾ ਕੇ ਬੋਲਦਾ, ਆਪਦੇ ਹਲਕੇ ਦੀ ਸਮੱਸਿਆ ਨੂੰ ਰੱਖਦਾ। ਉਹੀ ਐਮਐਲਏ ਗਿਣਿਆ ਜਾਂਦਾ ਜਿਹੜਾ ਆਪਦੇ ਹਲਕੇ ਦੀ ਤੇ ਬਾਹਰਲੇ ਹਲਕੇ ਦੀ, ਆਪਦੇ ਜ਼ਿਲ੍ਹੇ ਦੀ ਲੋਕਾਂ ਦੀ ਸਮੱਸਿਆਵਾਂ ਨੂੰ ਉੱਥੇ ਜਾ ਕੇ ਪੇਸ਼ ਕਰਦਾ, ਉਹੀ ਆਪਣੇ ਮਸਲੇ ਲੋਕਾਂ ਦੇ ਹੱਲ ਕਰਵਾਉਂਦਾ ਹੈ। ਇਸ ਕਰਕੇ ਮੇਰਾ ਇੱਕ ਆਪ ਦਾ ਇੱਕ ਸੁਭਾਅ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਾਂ। ਮੈਂ ਪਿਛਲੀਆਂ ਜਿਹੜੀਆਂ 17 ਦੀਆਂ ਚੋਣਾਂ ਮੈਂ ਮਹਿਲ ਕਲਾਂ ਹਲਕੇ ਤੋਂ ਲੜੀਆਂ ਅਕਾਲੀ ਦਲ ਵੱਲੋਂ। ਮੈਂ 38 ਕਰੋੜ ਰੁਪਇਆ ਵੀ ਵੰਡਿਆ ਉੱਥੇ, ਪਰ ਮੈਂ 1 ਰੁਪਏ ਦਾ ਕਿਸੇ ਦਾ ਦੇਣਦਾਰ ਨਹੀਂ ਗਾ। ਅੱਜ ਵੀ ਜਿਹੜਾ ਮੇਰਾ ਘਰ ਹੈ ਉਹ ਉਹੀ ਹੈ। ਜਦੋਂ ਮੈਂ ਪੰਜਾਬ ਦੀ ਸਿਆਸਤ ਦੇ ਵਿੱਚ ਆਇਆ ਸੀ, ਮੇਰੇ ਕੋਲੇ 5 ਏਕੜ ਜ਼ਮੀਨ ਸੀ, ਟੀਚਰ ਲੱਗਿਆ ਸੀ। ਅੱਜ ਮੇਰੇ ਕੋਲੇ 5 ਏਕੜ ਜ਼ਮੀਨ ਵੀ ਹੈ ਨਹੀਂ ਤੇ ਟੀਚਰ ਵੀ ਹੈ ਨਹੀਂ, ਤੇ ਘਰ ਵੀ ਮੇਰਾ ਉਹੀ ਹੈ। ਤੇ ਨਹੀਂ ਇੱਕ ਪੀੜ੍ਹੀ ਕਿਸੇ ਦੀ ਐਮਐਲਏ ਬਣ ਜੇ ਤੇ ਬੰਗਲੇ ਬਣ ਜਾਂਦੇ ਆ, ਕਾਰਾਂ ਬਣ ਜਾਂਦੀਆਂ, ਕੋਠੀਆਂ ਬਣ ਜਾਂਦੀਆਂ। ਸਾਡਾ ਅੱਜ ਵੀ ਉਹੀ ਮਕਾਨ ਹੈ। ਜੇ ਕਿਸੇ ਨੇ ਕੋਈ ਰਾਈ ਮਾਤਰ ਵੀ ਇਮਾਨਦਾਰੀ ਪਰਖਣੀ ਹੈ ਤਾਂ ਇਸ ਤਰ੍ਹਾਂ ਪਰਖ ਸਕਦਾ ਹੈ ਕਿ ਉਹਨੇ ਆਪਦੀ ਟਨਿਓਰ ਦੇ ਵਿੱਚ ਕੀ ਕਮਾਇਆ ਤੇ ਕੀ ਖੱਟਿਆ ਤੇ ਕੀ ਲੋਕਾਂ ਦੀ ਸੇਵਾ ਵਿੱਚ ਲਾਇਆ। ਜੇ ਲੋਕਾਂ ਦੀ ਸੇਵਾ ਵਿੱਚ ਲਾਉਣਾ ਹੈ ਤਾਂ ਘਰੋਂ ਲਾ ਕੇ ਜਾ ਸਕਦੇ ਆ, ਜੇ ਕਮਾਉਣਾ ਹੈ ਤਾਂ ਹੋਰ ਵੀ ਬਹੁਤ ਕਿੱਤੇ ਆ ਜਿੱਥੋਂ ਮਰਜ਼ੀ ਕਮਾ ਸਕਦੇ ਆ। ਲੋਕ ਸੇਵਾ ਜਿਹੜੀ ਹੈ, ਵੋਟ ਹੈ ਜਿਹੜੀ, ਇਹ ਬਹੁਤ ਇਮਾਨਦਾਰੀ ਦੀ, ਲੋਕਾਂ ਦੀ ਲੱਖਾਂ ਕਰੋੜਾਂ ਦੀ ਜਿਹੜੀ ਕੀਮਤ ਨਹੀਂ, ਉਹ ਤੁਹਾਨੂੰ ਆਪਣੇ ਮਤ ਦਾ ਦਾਨ ਦਿੰਦਾ। ਉਹਦੇ ਤੇ ਖਰੇ ਤੁਸੀਂ ਤਾਂ ਉਤਰੋਗੇ ਜੇ ਤੁਸੀਂ ਬਿਨਾਂ ਕਿਸੇ ਕਰਪਸ਼ਨ ਤੋਂ, ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਹੋਰ ਇਸ ਤਰ੍ਹਾਂ ਦੇ ਕੰਮ ਤੋਂ ਲੋਕ ਸੇਵਾ ਵਿੱਚ ਉਤਰੋਗੇ। ਐਸੇ ਹੀ ਨੁਮਾਇੰਦੇ ਆਉਣ ਵਾਲੀ ਅਸੈਂਬਲੀ 'ਚ ਵੀ ਮੈਂ ਆਸ ਕਰਦਾ ਕਿ ਆਉਣ ਵਾਲੀ 22 ਦੀ ਇਲੈਕਸ਼ਨ 'ਚ ਲੋਕ ਆ ਜਿਹੜੇ ਬਹੁਤ ਸਿਆਣੇ ਹੋ ਗਏ ਆ, ਉਹ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆਉਣਗੇ। ਮੇਰੀ ਇਹੀ ਕਾਮਨਾ।
ਸ਼ਾਹ ਸਾਹਿਬ ਪਿਛਲੇ ਜਿਹੜੇ 10-20 ਸਾਲ ਦਾ ਜਿਹੜਾ ਅਰਸਾ ਹੈ, ਇਹਦੇ ਦੌਰਾਨ ਪੋਲਿਟਿਕਸ 'ਚ ਇੰਨੇ ਉਤਰਾਅ ਚੜ੍ਹਾਅ ਆ ਰਹੇ ਆ ਕਿ ਆਮ ਲੋਕਾਂ 'ਚ ਇਹ ਧਾਰਨਾ ਬਣੀ ਹੋਈ ਹੈ ਕਿ ਪੋਲਿਟਿਕਸ ਹੈ ਇਮਾਨਦਾਰ ਬੰਦੇ ਦੀ ਖੇਡ ਨਹੀਂ ਗੀ, ਕਿ ਪੋਲਿਟਿਕਸ 'ਚ ਇੰਨਾ ਮਤਲਬ ਗੰਦ ਪੈ ਚੁੱਕਿਆ, ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆਮ ਲੋਕਾਂ 'ਚ ਇਹੀ ਹੈ ਧਾਰਨਾ ਕਿ ਪੋਲਿਟਿਕਸ 'ਚ ਗੁੰਡੇ ਆ ਰਹੇ ਨੇ, ਕ੍ਰਿਮੀਨਲ ਬੈਕਗਰਾਊਂਡ ਵਾਲੇ ਜਿਹੜੇ ਹੈਗੇ ਆ ਆਗੂ ਆ ਰਹੇ ਨੇ, ਹੈ ਨਾ, ਗੈਂਗਸਟਰ ਆ ਰਹੇ ਨੇ, ਤੇ ਜਿਹੜੇ ਇਮਾਨਦਾਰ ਬੰਦੇ ਆ ਕਿ ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਪਿਛਲੇ ਆਹ 20-30 ਸਾਲਾਂ 'ਚ ਕਈ ਜਿਹੜੇ ਇਮਾਨਦਾਰ ਆਗੂ ਆ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਗਵਾਉਣੀਆਂ ਪਈਆਂ, ਕੋਈ ਐਕਸੀਡੈਂਟ 'ਚ ਚਲਾ ਗਿਆ, ਕੋਈ ਐਕਸੀਡੈਂਟ ਬਣਾਤਾ ਜਾਂ ਕੁਛ ਕਰਤਾ ਉਹ। ਤੇ ਤੁਹਾਨੂੰ ਇਹ ਡਰ ਨਹੀਂ ਲੱਗਦਾ ਕਿ ਮੈਂ ਤਾਂ ਨਾ ਤੁਸੀਂ ਪੈਸਾ ਬਣਾਇਆ, ਨਾ ਕਰਪਸ਼ਨ ਕੀਤੀ, ਨਾ ਕਿਤੇ ਬੇਈਮਾਨੀ ਕੀਤੀ, ਨਾ ਕੋਈ ਕ੍ਰਾਈਮ ਕੀਤਾ, ਤੇ ਤੁਸੀਂ ਇਮਾਨਦਾਰੀ ਨਾਲ ਪੋਲਿਟਿਕਸ 'ਚ ਹੁਣ ਤੱਕ ਟਿਕੇ ਹੋਏ ਆ, ਤੁਹਾਨੂੰ ਐਂ ਕਿਤੇ ਮਹਿਸੂਸ ਨਹੀਂ ਹੁੰਦਾ ਕਿ ਮੇਰੀ ਜਾਨ ਨੂੰ ਵੀ ਕੱਲ੍ਹ ਨੂੰ ਖਤਰਾ ਤਾਂ ਨਹੀਂ ਹੋ ਸਕਦਾ ਜੀ? ਦਰਅਸਲ ਜਦੋਂ ਆਪਾਂ ਸਾਫ਼ ਤੇ ਸਪਸ਼ਟ ਮਨ ਨਾਲ ਜੀ, ਬਿਨਾਂ ਕਿਸੇ ਲਗ ਲਬੇਟ ਦੇ, ਬਿਨਾਂ ਕਿਸੇ ਨਾਲ ਬੈਰ ਵਿਰੋਧ ਰੱਖਿਆ ਜੀ, ਆਪਾਂ ਤੁਰਦੇ ਆ ਪੋਲਿਟਿਕਸ ਦੇ ਵਿੱਚ, ਜੀ, ਆਪਣਾ ਕੋਈ ਵਿਰੋਧੀ ਵੀ ਨਹੀਂ ਹੁੰਦਾ ਜੀ, ਰਾਜਨੀਤਿਕ ਵਿਰੋਧੀ ਤਾਂ 100 ਤਰ੍ਹਾਂ ਦੇ ਹੋ ਜਾਂਦੇ, ਜੀ, ਜਾਤੀ ਵਿਰੋਧੀ ਤੁਹਾਡਾ ਕੋਈ ਵੀ ਨਹੀਂ ਹੁੰਦਾ ਜੀ, ਕਿਉਂਕਿ ਆਪਾਂ ਨਾ ਕਿਸੇ ਨੂੰ ਕੁਝ ਕਹਿੰਦੇ ਆ ਤੇ ਨਾ ਕਿਸੇ ਦੀ ਆਪਾਂ ਛਵੀ ਦੇ ਅਗੇਂਸਟ ਆਪਾਂ ਬੋਲਦੇ ਆ ਜੀ। ਇਸ ਕਰਕੇ ਵੀ ਜਦੋਂ ਤੁਸੀਂ ਆਪਣੇ ਸਿੱਧਾ ਸਪਾਟ ਆਪਣੇ ਇੱਕ ਮਿਸ਼ਨ ਤੇ ਤੁਰੇ ਜਾਂਦੇ ਆ ਜੀ, ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਖਤਰਾ ਨਹੀਂ ਹੁੰਦਾ, ਕਿਉਂਕਿ ਇਸ ਕਰਕੇ ਜਦੋਂ ਆਪਾਂ ਇਮਾਨਦਾਰੀ ਨਾਲ ਤੁਰਾਂਗੇ ਜੀ, ਕਿਸੇ ਵੀ ਕੰਮ 'ਚ ਕੋਈ ਡਿੱਕਾ ਨਹੀਂ ਬਣਦੇ, ਕੋਈ ਚੱਲਦੇ ਕੰਮ 'ਚ ਆਪਾਂ ਰੋਕ ਨਹੀਂ ਬਣਦੇ, ਕਿਸੇ ਦੇ ਆਪਾਂ ਚੰਗੇ ਕੰਮ ਨੂੰ ਵਧਾ ਦਿੰਦੇ ਆ, ਘਟਾਉਂਦੇ ਨਹੀਂ, ਕਿਸੇ ਦੀ ਸਰਵਿਸ ਲੱਗਦੀ ਹੈ ਉਹਦੇ ਲਈ ਖੜ ਕੇ ਹਾਦਾ ਨਾਰਾ ਮਾਰ ਸਕਦੇ ਆ। ਜਦੋਂ ਇਸ ਤਰ੍ਹਾਂ ਦੇ ਕੰਮ ਕਰਾਂਗੇ, ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ, ਜਦੋਂ ਹਰ ਇੱਕ ਦੇ ਦੁੱਖ ਦੇ ਸੁੱਖ ਦੇ ਅਸੀਂ ਹਰ ਟਾਈਮ ਜਾਣਦੇ ਆ, ਜਦੋਂ ਸੇਵਾ ਕਰਨੀ ਹੈ ਫਿਰ ਸਵੇਰੇ ਉੱਠੋ, ਅਰਦਾਸ ਕਰੋ, ਰੱਬ ਦਾ ਨਾਮ ਲਓ ਤੇ ਲੋਕ ਸੇਵਾ 'ਚ ਜੁਟ ਜਾਓ, ਇਹੀ ਸਭ ਤੋਂ ਵੱਡੀ ਸੇਵਾ ਹੈ। ਇਸ ਕਰਕੇ ਜਦੋਂ ਇਸ ਤਰ੍ਹਾਂ ਦੀ ਤੁਸੀਂ ਪੋਲਿਟਿਕਸ ਕਰੋਗੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੋਊਗਾ। ਜਦੋਂ ਪੋਲਿਟਿਕਸ ਦੇ ਵਿੱਚ ਤੁਸੀਂ ਕੋਈ ਇਸ ਕਿਸਮ ਦੇ ਕ੍ਰਿਮੀਨਲ ਬੰਦਿਆਂ ਨਾਲ ਸੰਬੰਧ ਰੱਖੋਗੇ, ਨਸ਼ੇ ਪੱਤੇ ਵਾਲਿਆਂ ਨਾਲ ਸੰਬੰਧ ਰੱਖੋਗੇ, ਕੋਈ ਮਾੜੇ ਕੰਮ ਕਰਨ ਵਾਲਿਆਂ ਦਾ ਨਾਲ ਸੰਬੰਧ ਰੱਖੋਗੇ, ਕਿਸੇ ਨੂੰ ਫੜਾਓਗੇ, ਕਿਸੇ ਨੂੰ ਛਡਾਓਗੇ, ਕਿਸੇ ਤੇ ਪਰਚਾ ਦਰਜ ਕਰਾਓਗੇ, ਫਿਰ ਤੁਹਾਡੇ ਤੇ ਵੀ ਕੋਈ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਣਗੇ। ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਕੇਵਲ ਤੇ ਕੇਵਲ ਤੁਹਾਡਾ ਮਿਸ਼ਨ ਬਾਬੇ ਨਾਨਕ ਦਾ ਸੇਵਾ ਕਰਨੀ, ਨਾਮ ਜਪਣਾ, ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨੀ। ਧਰਮ ਦੀ ਕਿਰਤ ਕਰਕੇ ਜਦੋਂ ਤੁਸੀਂ ਲੋਕ ਸੇਵਾ ਵਿੱਚ ਲਾਉਨੇ ਆ ਤੁਹਾਡਾ ਕੋਈ ਵਿਰੋਧੀ ਨਹੀਂ ਹੋਊਗਾ, ਤੁਹਾਡਾ ਕੋਈ ਜਾਤੀ ਦੁਸ਼ਮਣ ਨਹੀਂ ਹੋਊਗਾ। ਇਹ ਮੇਰਾ ਆਪਦਾ ਜਾਤੀ ਤਜਰਬਾ ਹੈ, ਮੇਰਾ ਵੀ ਔਰ ਮੇਰੇ ਪਿਤਾ ਜੀ ਦਾ ਵੀ, ਕਿਉਂਕਿ ਨਿਮਰਤਾ ਜਿਹੜੀ ਉਹ ਬਹੁਤ ਕੁਝ ਲੋਕਾਂ ਦੇ ਕੰਮ ਸਵਾਰ ਦਿੰਦੀ ਹੈ। ਨਿਮਰਤਾ ਨਾਲ ਜਾ ਕੇ ਕਿਸੇ ਅਫਸਰ ਨੂੰ ਵੀ ਕਹੋਗੇ ਉਹ 100 ਵਾਰ ਤੁਹਾਡੇ ਸਵਾਲ ਤੇ ਜਿਹੜਾ ਕੰਨ ਧਰੂਗਾ ਕਿ ਮੈਂ ਇਹ ਕੰਮ ਮੈਨੂੰ ਕਰਨਾ ਚਾਹੀਦਾ, ਇਹ ਕੰਮ ਜਾਇਜ਼ ਹੈ। ਜਾਇਜ਼ ਕੰਮ ਅਫਸਰਾਂ ਕੋਲੇ ਜਾਓ, ਕੁਰਸੀ ਦਾ ਸਤਿਕਾਰ ਕਰੋ, ਹਰ ਇੱਕ ਨੂੰ ਉਹਦੀ ਬਣਦੀ ਜਿਹੜਾ ਪਰਸਨੈਲਿਟੀ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ। ਇਸ ਕਰਕੇ ਤੁਹਾਡਾ ਕੋਈ ਵਿਰੋਧੀ ਨਹੀਂ ਹੋਊਗਾ। ਇਹ ਮੇਰੇ ਆਪਣੇ ਜਾਤੀ ਵਿਚਾਰ ਹੈ ਕਿ ਇਸ ਤਰ੍ਹਾਂ ਦੀ ਨਿਮਰਤਾ ਦੀ ਪੋਲਿਟਿਕਸ ਕਰੋਗੇ ਤੁਹਾਡਾ ਜਾਤੀ ਵਿਰੋਧ ਨਹੀਂ ਹੋਊਗਾ। ਸ਼ਾਹ ਸਾਹਿਬ, ਤੁਹਾਡਾ ਪਰਿਵਾਰ ਤੇ ਤੁਸੀਂ ਲੰਮਾ ਸਮਾਂ ਅਕਾਲੀ ਦਲ 'ਚ ਸੇਵਾ ਕੀਤੀ। ਅੱਜ ਕੱਲ੍ਹ ਆਮ ਤੌਰ 'ਤੇ ਇਹ ਹੈ ਕਿ ਜਦੋਂ ਪਾਰਟੀ ਆਮ ਤੌਰ 'ਤੇ ਲੀਡਰ ਬਦਲਦੇ ਆ, ਪਰ ਜਦੋਂ ਕੋਈ ਪਾਰਟੀ ਬਦਲਦਾ ਉਹਦੇ 'ਤੇ ਇਹ ਆਮ ਤੌਰ 'ਤੇ ਪ੍ਰਚਾਰ ਕੀਤਾ ਜਾਂਦਾ ਕਿ ਉਹ ਨਿੱਜੀ ਹਿੱਤ ਕਾਰਨ ਉਹਨੇ ਪਾਰਟੀ ਛੱਡਤੀ, ਕਿ ਉਹਨੂੰ ਟਿਕਟ ਨਹੀਂ ਮਿਲੀ ਜਾਂ ਕੋਈ ਹੋਰ ਬੈਨੀਫਿਟ ਨਹੀਂ ਮਿਲਿਆ, ਇਸ ਕਰਕੇ ਪਾਰਟੀ ਚੇਂਜ ਕਰਤੀ, ਉਹਦੇ ਜਿਹੜੇ ਪਰਸਨਲ ਹਿੱਤ ਹੈ ਉਹ ਹਾਵੀ ਹੋ ਗਏ। ਪਰ ਤੁਹਾਡਾ ਤਾਂ ਕਰੈਕਟਰ ਹੀ ਇੱਕ ਸਾਫ਼ ਸੁਥਰੇ ਤੇ ਇਮਾਨਦਾਰ ਸ਼ਖਸੀਅਤ ਹੋ ਤੁਸੀਂ, ਤੇ ਤੁਹਾਨੂੰ ਪਾਰਟੀ ਕਿਉਂ ਚੇਂਜ ਕਰਨੀ ਪਈ? ਕੀ ਤੁਹਾਨੂੰ ਐਂ ਲੱਗਦਾ ਹੈ ਕਿ ਕਾਂਗਰਸ 'ਚ ਕੀ ਖਾਸੀਅਤ ਹੈ ਜਿਹੜੀ ਕਿ ਅਕਾਲੀ ਦਲ 'ਚ ਨਹੀਂ ਸੀ? ਪਿਛਲੇ ਸਮੇਂ 'ਚ ਨਾ ਕੁਝ ਮਸਲੇ ਐਸੇ ਸੀ ਜਿਨ੍ਹਾਂ ਦਾ ਹਰ ਸਿੱਖ ਦਾ ਹਿਰਦਾ ਜਿਹਦੇ ਨਾਲ ਬਲੂੰਦਰਿਆ ਜਾਂਦਾ ਸੀ। ਕੁਝ ਚੱਲਦੀ ਸਰਕਾਰ 'ਚ ਐਸੇ ਮਸਲੇ ਉੱਭਰ ਆਏ, ਐਸੇ ਹਾਲਾਤ ਬਣ ਗਏ, ਬਣਾ ਦਿੱਤੇ ਗਏ, ਕੋਈ ਏਜੰਸੀਆਂ ਵੱਲੋਂ ਐਸੇ ਹਾਲਾਤ ਬਣਾ ਦਿੱਤੇ ਗਏ ਕਿ ਥਾਂ ਥਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਥਾਂ ਥਾਂ ਗੁਟਕਿਆਂ ਦੀਆਂ ਬੇਅਦਬੀਆਂ, ਉਹਨਾਂ ਸਮਿਆਂ 'ਚ ਜਿਹੜੀ ਸਾਡੀ ਸਮੇਂ ਦੀ ਸਰਕਾਰ ਸੀ ਉਹ ਸਹੀ ਮਾਇਨਿਆਂ 'ਚ ਉਹ ਜਿਹੜੇ ਕ੍ਰਿਮੀਨਲ ਬੰਦੇ ਸੀ ਉਹਨਾਂ ਨੂੰ ਨਾ ਤਾਂ ਟਰੇਸ ਕਰ ਸਕੀ, ਨਾ ਉਹਨਾਂ ਨੂੰ ਲੱਭ ਸਕੀ, ਨਾ ਉਹਨਾਂ ਤੇ ਕੋਈ ਐਕਸ਼ਨ ਲੈ ਸਕੀ। ਜਦੋਂ ਅਸੀਂ ਗੁਰੂ ਦਾ ਕੁਝ ਨਹੀਂ ਕਰ ਸਕਦੇ ਫਿਰ ਅਸੀਂ ਕਿਸੇ ਵਿਅਕਤੀ ਦਾ ਕੀ ਸਵਾਰ ਸਕਦੇ ਹਾਂ? ਉਹ ਚੀਜ਼ਾਂ ਜਿਹੜੀਆਂ ਅਸੀਂ ਹਰ ਸਿੱਖ ਦੇ ਜਿਹੜਾ 2 ਵੇਲੇ ਅਰਦਾਸ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੈ, ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਤੁਰਦਾ, ਉਹਦੇ ਮਨ ਨੂੰ ਤਾਂ ਜ਼ਰੂਰ ਠੇਸ ਪਹੁੰਚਦੀ ਹੈ ਕਿ ਮੇਰੇ ਗੁਰੂ ਦੀ ਜਿਹੜੇ ਅੰਗ ਹੈ ਉਹ ਅੱਜ ਗਲੀਆਂ ਨਾਲੀਆਂ 'ਚ ਗੰਦੇ ਨਾਲਿਆਂ 'ਚ ਤੁਰੇ ਫਿਰਦੇ ਆ। ਉਹਨਾਂ ਨੂੰ ਦੇਖ ਕੇ ਇਹ ਸਮੇਂ ਦੀ ਸਰਕਾਰ ਤੇ ਆਂਚ ਜ਼ਰੂਰ ਆਈ ਹੈ।
ਬਥੇਰੇ ਕੰਮ ਕੀਤੇ ਆ, ਬਥੇਰੇ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਵੀ ਕੰਮ ਹੋਏ ਆ, ਲੇਕਿਨ ਇਹ ਸਭ ਤੋਂ ਵੱਡਾ ਜਿਹੜਾ ਗੁਰੂ ਦਾ ਮਸਲਾ ਸੀ ਇਹਦਾ ਕਰਕੇ ਮੇਰੇ ਮਨ ਨੂੰ ਥੋੜੀ ਜਿਹੀ ਠੇਸ ਪਹੁੰਚੀ। ਤੇ ਮੇਰਾ ਜਿਹੜਾ ਸੰਬੰਧ ਹੈ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਪੁਰਾਣਾ ਸੀ। 1986 ਤੋਂ ਅਸੀਂ ਇਹਨਾਂ ਦੇ ਨੇੜ ਲੱਗੇ ਹੋਏ ਸੀ। ਸਾਨੂੰ ਇਸ ਤਰ੍ਹਾਂ ਦਾ ਵੀ ਸੀ ਕਿ ਇੱਕ ਵਧੀਆ ਇਨਸਾਨ ਹੈ, ਇਹ ਵਧੀਆ ਪ੍ਰਬੰਧਕ ਹੈ। 2 ਤੋਂ ਲੈ ਕੇ 7 ਤੱਕ ਇਹਨਾਂ ਨੇ ਜੋ ਪ੍ਰਬੰਧ ਦਿੱਤਾ ਸੀ ਉਹ ਇੱਕ ਮਿਸਾਲੀ ਪ੍ਰਬੰਧ ਸੀ। ਇਹਨਾਂ ਨੂੰ ਚੰਗੇ ਇੱਕ ਪ੍ਰਬੰਧਕ ਦੇ ਤੌਰ ਤੇ, ਚੰਗੇ ਪ੍ਰਸ਼ਾਸਕ ਦੇ ਤੌਰ ਤੇ, ਇੱਕ ਜੁਰਤ ਵਾਲਾ ਮੁੱਖ ਮੰਤਰੀ ਦੇ ਤੌਰ ਤੇ ਪ੍ਰਵਾਨਿਆ ਗਿਆ ਸੀ। ਇਹ ਪਹਿਲਾ ਮਨੁੱਖ ਸੀ ਜਿਹਨੇ ਮੰਡੀਆਂ ਚੋਂ ਕਰਪਸ਼ਨ ਹਟਾਈ। ਇਹ ਪਹਿਲਾ ਮਨੁੱਖ ਸੀ ਜਿਹਨੇ ਪੰਜਾਬ ਦੀ ਅਸੈਂਬਲੀ 'ਚ ਉਹ ਸਭ ਤੋਂ ਵੱਡਾ ਪੰਜਾਬ ਦਾ ਮਸਲਾ ਜਿਹੜੇ ਕਿ ਪਾਣੀ ਹਰਿਆਣੇ ਨੂੰ, ਹਿਮਾਚਲ ਨੂੰ ਜਾਂ ਦਿੱਲੀ ਨੂੰ, ਰਾਜਸਥਾਨ ਨੂੰ ਵੱਡੇ ਪੱਧਰ ਤੇ ਜਾ ਰਹੇ ਸੀ, ਜਿਹੜੇ ਪਾਣੀ ਪੰਜਾਬ ਦੀ ਰੂਹ ਹੈ, ਜੋ ਪੰਜਾਬ ਦੀ ਧਰਤੀ ਉਪਜਾਊ ਪਾਣੀਆਂ ਦੇ ਸਿਰ ਤੇ ਆ। ਪੰਜਾਬ ਦੀ ਧਰਤੀ ਨਹੀਂ ਤਾਂ ਬੰਜਰ ਹੋ ਜਾਵੇ ਜਿਹਦੇ ਕੋਲ ਪਾਣੀ ਨਾ ਹੋਵੇ। ਉਹ ਪਾਣੀ ਆ ਜਿਹੜੇ ਕਿਸੇ ਵੇਲੇ ਦੇ ਦਿੱਤੇ ਗਏ ਸੀ ਅਵਾਰਡ ਦੇ ਤਹਿਤ, ਉਹ ਪਾਣੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਅਸੈਂਬਲੀ 'ਚ ਆਪਣੀ ਮੁੱਖ ਮੰਤਰੀ ਦੀ ਕੁਰਸੀ ਜਿਹੜੀ ਦਾਅ ਤੇ ਲਾ ਕੇ ਉਹਨਾਂ ਪਾਣੀਆਂ ਨੂੰ ਬਚਾਇਆ ਸੀ। ਐਸੇ ਜੁਰਤ ਵਾਲੇ ਕੰਮ ਹੈ ਜਿਹੜੇ ਉਹ ਸਾਨੂੰ ਪ੍ਰੇਰਨਾ ਕਰਦੇ ਆ ਕਿ ਐਸੇ ਮਨੁੱਖ ਨਾਲ ਸਾਨੂੰ ਖੜਨਾ ਚਾਹੀਦਾ ਕਿ ਐਸੇ ਪੰਜਾਬ ਦੇ ਭਲੇ ਦੇ ਹੋਰ ਕੰਮ ਵੀ ਹੋਣ। ਅੱਜ ਬਹੁਤ ਵੱਡੀ ਤਰਾਸਦੀ ਹੈ, 9 ਮਹੀਨੇ ਤੋਂ ਬਹੁਤ ਲੰਬਾ ਘੋਲ ਚੱਲ ਰਿਹਾ। ਉਹ ਘੋਲ ਦੇ ਵਿੱਚ ਹੈ ਸਮੇਂ-ਸਮੇਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਬਤੌਰ ਮੁੱਖ ਮੰਤਰੀ ਇਹਦੇ ਨਾਲ ਖੜਦੇ ਨੇ। ਪੰਜਾਬ ਦੀ ਅਸੈਂਬਲੀ 'ਚ ਮਤਾ ਵੀ ਲੈ ਕੇ ਆਏ, ਇਹਨੂੰ ਰੱਦ ਵੀ ਕੀਤਾ। ਆਉਣ ਵਾਲੇ ਸਮੇਂ 'ਚ ਵੀ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਹੁਣ ਵਾਲਾ ਸੈਸ਼ਨ ਆਊਗਾ ਪੰਜਾਬ ਦੀ ਅਸੈਂਬਲੀ 'ਚ ਉਵੇਂ ਮਤਾ ਲਿਆ ਕੇ, ਜਿਵੇਂ ਪਾਣੀਆਂ ਦਾ ਮਤਾ ਲਿਆ ਕੇ ਉਹ ਰੱਦ ਕੀਤੇ ਸੀ ਕਾਨੂੰਨ, ਜੋ ਹਰਿਆਣੇ ਨੂੰ ਪਾਣੀ ਜਾਂਦਾ ਜਾਂ ਕਿਧਰੇ ਵੀ ਜਾਂਦਾ ਉਹ ਜਾਂਦਾ ਰਹੂ, ਬਾਕੀ ਪਾਣੀ ਅਸੀਂ ਬੂੰਦ ਵੀ ਦੇਣਾ ਨਹੀਂ। ਇਸੇ ਤਰ੍ਹਾਂ ਕਾਲੇ ਕਾਨੂੰਨ ਆ ਜਿਹੜੇ ਪੰਜਾਬ ਦੀ ਅਸੈਂਬਲੀ 'ਚ ਰੱਦ ਕੀਤੇ ਜਾ ਸਕਦੇ ਆ ਔਰ ਕਰਨਗੇ ਕੈਪਟਨ ਅਮਰਿੰਦਰ ਸਿੰਘ, ਔਰ ਸਾਨੂੰ ਪੂਰਨ ਆਸ ਹੈ। ਇਸ ਕਰਕੇ ਇਸੇ ਜੇ ਕੰਮਾਂ ਦਾ ਕਰਕੇ ਅਸੀਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਵਧੀਆ ਇਨਸਾਨ ਗਿਣਦੇ ਆ, ਉਹਨਾਂ ਦੇ ਨਾਲ ਖੜੇ ਆ। ਪਰ ਸ਼ਾਹ ਸਾਹਿਬ, ਜਿਵੇਂ ਤੁਸੀਂ ਕੈਪਟਨ ਸਾਹਿਬ ਦੀ ਤਾਰੀਫ ਕੀਤੀ ਹੈ ਕਿ ਉਹਨਾਂ ਨੇ ਬਹੁਤ ਵਧੀਆ ਉਦੋਂ ਸਰਕਾਰ ਚਲਾਈ, ਬਹੁਤ ਵਧੀਆ ਫੈਸਲੇ ਕੀਤੇ ਪੰਜਾਬ ਦੇ ਪਾਣੀਆਂ ਬਾਰੇ ਹੋਰ, ਪਰ ਜਿਹੜੇ ਹੁਣ ਇਹੀ ਆਸ ਲੋਕਾਂ ਨੂੰ ਸੀ, ਇਸੇ ਕਰਕੇ ਲੋਕਾਂ ਨੇ ਕਾਂਗਰਸ ਨੂੰ ਇਸ ਵਾਰ ਜਿਤਾਇਆ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਫੈਸਲੇ ਕੀਤੇ, ਵਧੀਆ ਮੁੱਖ ਮੰਤਰੀ ਸਾਬਤ ਹੋਏ ਆ ਪਹਿਲਾਂ। ਪਰ ਸਾਰੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਾ ਹਾਸਲ ਹੋਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਹੁਣ ਵਾਲੇ 5 ਸਾਲਾਂ ਦੀ ਸਰਕਾਰ ਹੈ, ਸਭ ਤੋਂ ਪਹਿਲਾਂ ਤਾਂ ਜਿਹੜੇ ਬਿਜਲੀ ਦੇ ਸਮਝੌਤੇ ਕੀਤੇ ਹੈ, ਬਿਜਲੀ ਦੇ ਸਮਝੌਤਿਆਂ 'ਚ ਜਦੋਂ ਅਕਾਲੀ ਦਲ ਤੇ ਐਲੀਗੇਸ਼ਨ ਆਉਂਦਾ ਕਿ ਅਕਾਲੀ ਦਲ ਨੇ ਜਿਹੜੇ ਬਿਜਲੀ ਸਮਝੌਤੇ ਗਲਤ ਕਰ ਲਏ ਤੇ ਕੈਪਟਨ ਸਰਕਾਰ ਦੀ ਆਉਂਦੇ ਹੀ ਉਹਨਾਂ ਨੂੰ ਅਦਾਲਤ 'ਚ ਕੇਸ ਜਿਤਾਤੇ, ਜਿਨ੍ਹਾਂ ਨੇ ਪਹਿਲਾਂ ਜਿਹੜੇ ਵਕੀਲਾਂ ਨੇ ਅਕਾਲੀ ਸਰਕਾਰ 'ਚ ਕੇਸ ਜਿਹੜੇ ਨੇਚਰਲੇ ਵਾਲੇ ਕੋਰਟਾਂ ਤੋਂ ਜਿੱਤੇ ਸੀ, ਉਹ ਕਾਂਗਰਸ ਸਰਕਾਰ ਨੇ ਆਉਂਦੇ ਹੀ ਵਕੀਲ ਬਦਲਤੇ, ਹੈ ਨਾ, ਉਹਨਾਂ ਦੇ ਜਿਹੜੇ ਸਿਸਟਮ ਬਦਲਤਾ ਤੇ ਉਹਨਾਂ ਦੀ ਸਪੋਰਟ ਕਰਨ ਲੱਗ ਪਈ ਤੇ ਉਹਨਾਂ ਨੂੰ ਜਿਤਾਤੇ। ਹੁਣ ਤੱਕ 5 ਸਾਲ ਲੰਘ ਗਏ, 5 ਸਾਲ ਤੱਕ ਜਿਹੜੀਆਂ ਹੈਗੀਆਂ ਬਿਜਲੀ ਦੇ ਸਮਝੌਤਿਆਂ ਬਾਰੇ ਕੁਛ ਨਹੀਂ ਸਰਕਾਰ ਨੇ ਕੀਤਾ। ਦੂਸਰੇ ਤੁਸੀਂ ਗੱਲ ਕੀਤੀ ਹੈ ਬੇਅਦਬੀ ਦੀ। ਬੇਅਦਬੀ ਹੁਣ ਪੋਜੀਸ਼ਨ ਤਾਂ ਇਹ ਕਿ ਅਕਾਲੀ ਦਲ ਹੈ ਤਾਂ ਉਹ ਤਾਂ ਸਾਫ਼ ਉਹ ਕਹਿੰਦੇ ਜੇ ਸਾਡੇ 'ਚ ਕੋਈ ਹੁੰਦਾ ਕਸੂਰ, ਜੇ ਅਸੀਂ ਦੋਸ਼ੀ ਹੁੰਦੇ ਹੁਣ ਤੱਕ ਸਰਕਾਰ ਸਾਨੂੰ ਦੋਸ਼ੀ ਸਾਬਤ ਕਰ ਦਿੰਦੀ। ਤੇ ਕਾਂਗਰਸ ਦੇ 5 ਸਾਲ ਲੰਘ ਗਏ, 5 ਸਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਹਨੇ ਬੇਅਦਬੀ ਦੇ ਦੋਸ਼ੀਆਂ ਬਾਰੇ ਵੀ ਕੁਛ ਨਹੀਂ ਕੀਤਾ। ਕੀ ਤੁਹਾਨੂੰ ਨਿਰਾਸ਼ਾ ਨਹੀਂ ਹੁੰਦੀ ਇਸ ਗੱਲਾਂ ਤੋਂ? ਇਹਦੇ 'ਚ ਗੱਲ ਇਹ ਹੁੰਦੀ ਆ ਵੀ ਲੰਬਾ ਸਮਾਂ ਜਦੋਂ ਕਿਸੇ ਵੀ ਮਸਲੇ ਤੇ, ਕਿਸੇ ਸਮੱਸਿਆ ਤੇ ਧੂੜ ਹੀ ਫੱਕੀ ਜਾਂਦੀ ਹੈ, ਉਹਦਾ ਜਿਹੜਾ ਖੁਰਾ ਖੋਜ ਲੱਭਣਾ ਵੀ ਬਹੁਤ ਔਖਾ ਹੋ ਜਾਂਦਾ। ਇਹ ਠੀਕ ਹੈ ਗੱਲ ਕਿ ਇਹ ਮਸਲੇ ਨੂੰ ਵੀ ਉਸ ਸ਼ਿੱਦਤ ਦੇ ਨਾਲ ਨਹੀਂ ਲਿਆ ਗਿਆ ਜਿਸ ਤਰ੍ਹਾਂ ਨਾਲ ਲੈਣਾ ਚਾਹੀਦਾ ਸੀ। ਹੁਣ ਤੱਕ ਜਿਹੜੇ ਇਹਦੇ ਦੋਸ਼ੀ ਸੀ ਉਹ ਲੱਭ ਲੈਣੇ ਚਾਹੀਦੇ ਸੀ। ਜਿਹੜੀ ਸੈੱਟ ਬਣੀ ਸੀ, ਮੈਨੂੰ ਖਾਸ ਤੌਰ ਤੇ ਯਾਦ ਹੈ ਕਿ ਉਹਨਾਂ ਨੇ ਜਿਹੜੇ ਖਾਸ ਦੋਸ਼ੀ ਸੀ ਉਹ ਫੜ ਕੇ ਵੀ ਅੰਦਰ ਦਿੱਤੇ। ਇਹਦੇ ਤੇ ਮਸਲੇ ਹੁਣ ਵੀ ਇਹਦੇ ਤੇ ਸੰਗਿਆਨ ਲਿਆ ਗਿਆ ਕਿ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਪੋਲੀਟੀਕਲ ਦੋਸ਼ੀ ਕੋਈ ਹੁੰਦਾ, ਦੋਸ਼ੀ ਤਾਂ ਉਹ ਹੁੰਦਾ ਜਿਹੜਾ ਕ੍ਰਾਈਮ ਕਰਦਾ, ਕਰਵਾਉਣ ਵਾਲਾ ਵੀ ਦੋਸ਼ੀ ਹੁੰਦਾ, ਪਰ ਉਹ ਸਾਬਤ ਤਾਂ ਹੋਵੇ ਨਾ, ਉਹ ਕੋਰਟਾਂ ਨੇ ਕਰਨਾ ਹੁੰਦਾ। ਕੋਰਟਾਂ ਇਹਦੇ ਤੇ ਕੀ ਐਕਸ਼ਨ ਲੈਂਦੀਆਂ ਉਹ ਉਹਨਾਂ ਦਾ ਕਰਮ ਤੇ ਧਰਮ ਹੁੰਦਾ। ਇਸ ਕਰਕੇ ਜਿਵੇਂ ਬਿਜਲੀ ਦੇ ਤੁਸੀਂ ਮਸਲੇ ਨੂੰ ਚੁੱਕਿਆ, ਅੱਜ ਵੀ ਵੱਡੇ ਪੱਧਰ ਤੇ ਇਹਦੇ ਤੇ ਵਿਚਾਰ ਕੀਤਾ ਜਾ ਰਿਹਾ ਵੀ ਆਉਣ ਵਾਲੇ ਸਮੇਂ 'ਚ ਬਿਜਲੀ ਦੇ ਜਿਹੜੇ ਸਮਝੌਤੇ ਆ ਜਿਨ੍ਹਾਂ 'ਚ ਸਾਨੂੰ ਲੱਗਦਾ ਕਿ ਗਲਤ ਹੋਏ ਵੀ ਆ, ਜਦੋਂ ਪੀਕ ਤੇ ਸੈਸ਼ਨ ਹੁੰਦਾ ਉਦੋਂ ਵੀ ਉਹੀ ਰੇਟ ਅਸੀਂ ਬਿਜਲੀ ਦੀ ਜਿਹੜੇ ਕੰਪਨੀਆਂ ਉਹਨਾਂ ਨੂੰ ਦੇ ਰਹੇ ਹਾਂ। ਜਦੋਂ ਬਿਲਕੁਲ ਅਸੀਂ ਘੱਟ ਬਿਜਲੀ ਵਰਤਦੇ ਹਾਂ
ਸਿਆਲਾਂ 'ਚ, ਉਦੋਂ ਵੀ ਅਸੀਂ ਉਹੀ ਰੇਟ ਦੇ ਰਹੇ ਹਾਂ, ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਤੇ ਬਹੁਤ ਵੱਡਾ ਮਾੜਾ ਅਸਰ ਪੈਂਦਾ। ਇਹਨਾਂ ਚੀਜ਼ਾਂ ਤੇ ਜਿਹੜਾ ਰੋਕ ਲੱਗਣੀ ਚਾਹੀਦੀ ਹੈ। ਔਰ ਇਹ ਮਾੜੇ ਸਮਝੌਤੇ ਆ ਜਿਹੜੇ ਪੰਜਾਬ ਦੀ ਅਸੈਂਬਲੀ 'ਚ ਹੀ ਬਣੇ ਆ, ਪੰਜਾਬ ਦੀ ਅਸੈਂਬਲੀ 'ਚ ਲਿਆ ਕੇ ਰੱਦ ਕਰ ਦੇਣੇ ਚਾਹੀਦੇ ਆ। ਜਦੋਂ ਕੋਈ ਕੋਰਟ 'ਚ ਜਾਊਗਾ, ਜਿਹੇ ਜਿਹਾ ਉੱਥੇ ਫੈਸਲਾ ਹੋਊਗਾ, ਵਕੀਲ ਉੱਥੇ ਲੜ ਲੈਣਗੇ। ਕੇਰਾਂ ਪੰਜਾਬ ਦੀ ਅਸੈਂਬਲੀ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਕੇ ਜਿਹੜੇ ਸਮਝੌਤੇ ਆ ਉਹ ਲੋਕਾਂ ਦੇ ਭਲੇ ਲਈ, ਲੋਕ ਹਿੱਤਾਂ ਲਈ ਰੱਦ ਕਰ ਦੇਣੇ ਚਾਹੀਦੇ ਆ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲੇ। ਜੀ, ਪਰ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ, ਇਹੀ ਨਵਜੋਤ ਸਿੰਘ ਸਿੱਧੂ ਨੇ ਹਾਈਲਾਈਟ ਕੀਤੀਆਂ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਜਿਹੜੇ ਆਪਣੇ ਬਿਜਲੀ ਸਮਝੌਤੇ ਆ ਰੱਦ ਕੀਤੇ ਜਾਣ। ਉਹਨੇ ਡਿਮਾਂਡ ਕੀਤੀ, ਉਹਦੇ ਤੋਂ ਵਿਵਾਦ ਖੜਾ ਹੋ ਗਿਆ। ਹੁਣ ਕਾਂਗਰਸ ਵਿੱਚ ਦੋ ਧੜੇ ਬਣ ਗਏ, ਇੱਥੋਂ ਤੱਕ ਨੌਬਤ ਪਹੁੰਚ ਗਈ ਕਿ ਕੈਪਟਨ ਜਿਹੜੇ ਨਵਜੋਤ ਸਿੱਧੂ ਧੜੇ ਦੇ ਕੁਝ ਮੰਤਰੀ ਆ, ਸੁਖਜਿੰਦਰ ਸਿੰਘ ਰੰਧਾਵਾ ਜਿਹੜਾ, ਉਹਨਾਂ ਨੂੰ ਇਹ ਮੰਗ ਕਰਨੀ ਪਈ ਕਿ ਮੁੱਖ ਮੰਤਰੀ ਬਦਲਿਆ ਜਾਵੇ। ਤੇ ਜੇ ਹੁਣ ਵੀ ਇਹ ਹਾਲਾਤ ਹੈ, ਹਾਲੇ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਇਹੋ ਜਿਹੀ ਨਹੀਂ ਆਈ ਇਸ਼ਾਰਾ ਕਿ ਤੇ ਬੇਅਦਬੀ ਦੇ ਮਾਮਲਿਆਂ 'ਤੇ ਕੋਈ ਐਕਸ਼ਨ ਕਰੇਗੀ ਸਰਕਾਰ ਲਾਸਟ ਮੂਵਮੈਂਟ 'ਤੇ, ਜਾਂ ਇਹਦੇ ਬਿਜਲੀ ਬਾਰੇ ਉਹਨਾਂ ਨੇ ਕਿਹਾ ਤਾਂ ਹੈ ਕਿ ਉਹ ਨੋਟਿਸ ਜਾਰੀ ਕਰਨਗੇ, ਪਰ ਹਾਲੇ ਵਿਧਾਨ ਸਭਾ ਦਾ ਕੋਈ ਸੈਸ਼ਨ ਬੁਲਾਉਣ ਬਾਰੇ ਜਾਂ ਕੋਈ ਉਹੋ ਜਿਹਾ ਨਹੀਂ ਹੋਇਆ। ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜੇ ਮਸਲੇ ਆ, ਜੇ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਕੁਛ ਇਹਨਾਂ 'ਤੇ ਨਹੀਂ ਬੋਲੇ, ਤੇ ਹੁਣ ਇਲੈਕਸ਼ਨਾਂ ਦੇ ਨੇੜੇ ਆ ਕੇ ਜਿਹੜੇ ਪਾਰਟੀ 'ਚ ਫੁੱਟ ਪਈ ਹੈ, ਇਸ ਫੁੱਟ ਦਾ ਜਿਹੜਾ ਹੈਗਾ ਅਗਲੇ ਇਲੈਕਸ਼ਨਾਂ 'ਤੇ ਵੀ ਮਾੜਾ ਅਸਰ ਹੋਏਗਾ? ਪੈਂਦਾ ਅਸਰ ਜਦੋਂ ਕਿਸੇ ਵੀ ਪਾਰਟੀ 'ਚ, ਕਿਸੇ ਪਰਿਵਾਰ 'ਚ ਫੁੱਟ ਹੁੰਦੀ ਆ ਜੀ, ਉਹਦਾ ਅਸਰ ਤਾਂ ਮਾੜਾ ਹੁੰਦਾ ਜੀ। ਦੇਖੋ ਜੀ, ਲੋਕਾਂ ਦਾ, ਆਵਾਮ ਦਾ ਵੀ ਬਹੁਤ ਵੱਡਾ ਇੱਕ ਉਭਾਰ ਸੀ, ਖਾਸ ਤੌਰ ਤੇ ਕਾਂਗਰਸੀ ਖੇਮਿਆਂ 'ਚ ਜੀ, ਕਿ ਨਵਜੋਤ ਸਿੱਧੂ ਜੀ ਪਾਰਟੀ ਦੇ ਪ੍ਰਧਾਨ ਬਣਨੇ ਚਾਹੀਦੇ ਜੀ। ਤੇ ਕੇਂਦਰ ਸਰਕਾਰ ਨੇ ਹਾਈ ਕਮਾਂਡ ਦੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਹਿਮਤੀ ਦੇ ਨਾਲ, ਇਹਨਾਂ ਨੇ ਖੁੱਲ੍ਹਦਿਲੀ ਨਾਲ ਉਹਨਾਂ ਨੂੰ ਸਹਿਮਤੀ ਦਿੱਤੀ, ਬਣਾ ਦਿੱਤੇ ਗਏ ਜੀ। ਉਹ ਬਣ ਗਏ ਨੇ। ਹੁਣ ਉਹਨਾਂ ਨੂੰ ਐਜ਼ ਏ ਪ੍ਰਧਾਨ ਐਕਟ ਕਰਨਾ ਚਾਹੀਦਾ। ਮੈਂ ਸਮਝਦਾ ਵੀ ਸਿਆਣਪ ਇਸ ਗੱਲ 'ਚ ਹੈ, ਬਤੌਰ ਪ੍ਰਸ਼ਾਸਕ ਮੁੱਖ ਮੰਤਰੀ ਜਿਨ੍ਹਾਂ ਦੇ ਨਾਂ ਤੇ ਕੇਵਲ ਕਾਂਗਰਸ ਦੇ ਨਾਂ ਤੇ ਨਹੀਂ, ਕੇਵਲ ਤੇ ਕੇਵਲ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ 17 'ਚ ਵੋਟ ਪਈ ਸੀ। 5 ਸਾਲ ਮੁੱਖ ਮੰਤਰੀ ਉਹੀ ਰਹਿਣੇ ਚਾਹੀਦੇ। ਉਹਨਾਂ ਨੂੰ ਵਿਚਾਰੋਂ ਬਦਲਣ ਦਾ ਕੋਈ ਵੀ ਹੀਲਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਉਹਨਾਂ ਨਾਲ ਵਿਸ਼ਵਾਸਘਾਤ ਹੋਵੇਗਾ। ਜਿੱਥੋਂ ਤੱਕ ਪ੍ਰਧਾਨਗੀ ਦੀ ਗੱਲ ਹੈ, ਉਹ ਸਿੱਧੂ ਸਾਹਿਬ ਇੱਕ ਬਹੁਤ ਵੱਡਾ, ਉਹਨਾਂ ਕੋਲੇ ਮੁਖਰ ਹੈਗੇ ਸਭ ਤੋਂ ਜ਼ਿਆਦਾ, ਔਰ ਉਹ ਭੀੜ ਇਕੱਠੀ ਕਰਨ ਦੇ ਵੀ ਕਾਬਲ ਆ, ਉਹ ਲੋਕਾਂ ਨੂੰ ਗੱਲ ਸਮਝਾਉਣ ਦੇ ਵੀ ਕਾਬਲ ਆ, ਉਹ ਆਪਣੀ ਗੱਲ ਬੜੀ ਬੁੱਧੀਮਤਾ ਨਾਲ ਰੱਖ ਸਕਦੇ ਆ। ਇਸ ਕਰਕੇ ਉਹਨਾਂ ਨੂੰ ਪਹਿਰਾ ਇਹ ਦੇਣਾ ਚਾਹੀਦਾ ਕਿ ਇੱਕ ਪਾਸੇ ਮੁੱਖ ਮੰਤਰੀ ਤੇ ਇੱਕ ਪਾਸੇ ਸੰਗਠਨ ਦਾ ਪ੍ਰਧਾਨ, ਜਦੋਂ ਇਹ ਰਲ ਕੇ ਕੰਮ ਕਰਨਗੇ, ਕੋਈ ਦੂਰ ਦੀ ਕੌਡੀ ਨਹੀਂ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਹੀ ਮਸਲਿਆਂ ਤੇ, ਬੇਅਦਬੀ ਦੇ ਮਸਲੇ ਤੇ, ਬਿਜਲੀ ਦੇ ਸਮਝੌਤਿਆਂ ਤੇ, ਲੋਕਾਂ ਦੇ ਜਿਹੜੇ ਬੇਰੁਜ਼ਗਾਰਾਂ ਦੇ ਮਸਲੇ ਆ, ਉਹਨਾਂ ਦੀਆਂ ਤਨਖਾਹਾਂ ਵਧਾਉਣ ਦੇ ਮਸਲੇ ਆ, ਕਿਸਾਨਾਂ ਦਾ ਗੰਨੇ ਦਾ ਭਾਅ ਵਧਾ ਦਿੱਤਾ, ਇਸੇ ਤਰ੍ਹਾਂ ਕਾਲੇ ਕਾਨੂੰਨਾਂ ਤੇ ਵੱਡੇ ਪੱਧਰ ਤੇ ਐਕਸ਼ਨ ਲੈ ਕੇ ਪ੍ਰਧਾਨ ਜੀ ਅਤੇ ਮੁੱਖ ਮੰਤਰੀ ਜੀ ਇਕੱਠੇ ਹੋ ਕੇ ਚੱਲਣ, ਤੇ ਕੋਈ ਦੂਰ ਦੀ ਕੌਡੀ ਨਹੀਂ ਕਿ ਆਉਣ ਵਾਲੀ ਸਰਕਾਰ 22 ਦੀ ਵੀ ਕਾਂਗਰਸ ਪਾਰਟੀ ਦੀ ਨਾ ਬਣੇ, ਪਰ ਇਕੱਠੇ ਹੋ ਕੇ ਚੱਲਣ। ਤੁਹਾਨੂੰ ਕੀ ਲੱਗਦਾ ਜਿਹੜੀ ਕਾਂਗਰਸ 'ਚ ਫੁੱਟ ਹੈ, ਵਿਵਾਦ ਇੰਨਾ ਵੱਡੇ ਪੱਧਰ ਤੇ ਖੜਾ ਹੋਇਆ, ਉਹ ਵੀ ਇਲੈਕਸ਼ਨਾਂ ਦੇ ਨੇੜੇ ਆ ਕੇ, ਇਹਦੇ ਲਈ ਦੋਸ਼ੀ ਕੌਣ ਹੈ, ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ? ਹਾਲਾਤ ਦੋਸ਼ੀ ਬਣ ਜਾਂਦੇ ਆ, ਕੋਈ ਵੀ ਕਈ ਵਾਰ ਦੋਸ਼ੀ ਨਹੀਂ ਹੁੰਦਾ, ਕਿਉਂਕਿ ਕੁਝ ਗੱਲਾਂ ਇਸ ਤਰ੍ਹਾਂ ਲੱਗਦੀਆਂ ਕਿ ਇਹਦੇ ਤੇ ਪ੍ਰਸ਼ਾਸਨਿਕ ਪੱਧਰ ਤੇ ਸਮੇਂ ਨਾਲ ਐਕਸ਼ਨ ਨਹੀਂ ਲਿਆ ਗਿਆ ਜੀ। ਉਹ ਕਈ ਵਾਰ ਸੰਗਠਨ ਦੇ ਵਿੱਚ ਆ ਕੇ ਖੜੋਤ ਆ ਜਾਂਦੀ ਹੈ, ਉਹਨਾਂ ਚੀਜ਼ਾਂ ਨੂੰ ਦੂਰ ਕਰਨਾ ਚੰਗੇ ਸਲਾਹਕਾਰ ਦਾ ਕੰਮ ਹੁੰਦਾ। ਉਹ ਸਲਾਹਕਾਰ, ਜਿਵੇਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਜੀ ਇੱਕ ਵਧੀਆ ਪ੍ਰਸ਼ਾਸਕ ਦੇ ਤੌਰ ਤੇ ਵੀ, ਚੰਗੇ ਸੰਗਠਨ ਨੂੰ ਚਲਾਉਣ ਦੇ ਤੌਰ ਤੇ ਵੀ, ਉਹਨਾਂ ਨੇ ਇੱਕ ਬੂਸਟ ਕੀਤਾ। ਕਾਂਗਰਸ ਪਾਰਟੀ ਦਾ ਜਿਹੜਾ ਵਰਕਰ ਹੈ, ਉਹ ਪਿੰਡਾਂ 'ਚ ਬੂਥ ਲੈਵਲ ਤੇ ਉਤਸ਼ਾਹਤ ਹੋਇਆ। ਇਹ ਸਾਰੇ ਇਕੱਠੇ ਹੋ ਕੇ ਜੇ ਹੁਣ ਇਹਨਾਂ ਮਸਲਿਆਂ ਨੂੰ ਸਿਰ ਜੋੜ ਕੇ ਬੈਠ ਕੇ ਨਿਪਟਾਉਣ, ਕੇਂਦਰ ਸਰਕਾਰ ਦੀ ਸਹਾਇਤਾ ਲੈਣ, ਔਰ ਨਾਲ ਹੀ ਜਿਹੜੀ ਸਾਡੀ ਹਾਈ ਕਮਾਂਡ ਹੈ, ਸਰਕਾਰ ਦੀ ਨਹੀਂ, ਹਾਈ ਕਮਾਂਡ ਦੀ ਸਹਾਇਤਾ ਲੈਣ, ਤਾਂ ਕਿ ਅਸੀਂ ਇਹ ਮਸਲਿਆਂ ਤੇ ਚੰਗੀ ਤਰ੍ਹਾਂ ਵੱਡੇ ਪੱਧਰ ਤੇ ਸੰਗਿਆਨ ਲੈ ਕੇ ਇਹਨਾਂ ਦਾ ਮਸਲਿਆਂ ਦਾ ਹੱਲ ਕਰਕੇ ਲੋਕਾਂ 'ਚ ਜਾਈਏ, ਬੇਰੁਜ਼ਗਾਰਾਂ ਦੇ ਮਸਲੇ ਹੱਲ ਕਰੀਏ, ਰੁਜ਼ਗਾਰ ਵਾਲਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ। ਇਸੇ ਤਰ੍ਹਾਂ ਜਿਹੜਾ ਕਿਸਾਨੀ ਦਾ ਮਸਲਾ ਹੈ, ਕੇਂਦਰ ਦੇ ਨਾਲ ਉਹਦੀ ਡਿਬੇਟ ਸ਼ੁਰੂ ਕਰਕੇ ਕਰਵਾ ਕੇ ਇਸ ਨੂੰ ਜਿਹੜੀ ਮਸਲੇ ਨੂੰ ਹੱਲ ਕੀਤਾ ਜਾਵੇ, ਤਾਂ ਕਿ ਪੰਜਾਬ ਦੀ ਜ਼ਮੀਨ ਆ ਜਿਹੜੀ ਉਹ ਲੋਕਾਂ ਤੋਂ ਖੋ ਹੀ ਨਾ ਜਾਵੇ, ਲੋਕਾਂ ਕੋਲੇ ਰਵੇ। ਸਦੀਆਂ ਤੋਂ ਪੰਜਾਬ ਦੇ ਲੋਕ ਇੱਥੇ ਖੇਤੀ ਕਰਦੇ ਆਏ ਆ, ਇਹ ਖੇਤੀ ਇਸੇ ਤਰ੍ਹਾਂ ਕਰਦੇ ਰਹਿਣ। ਚੰਗੇ ਯੋਧੇ ਮਨੁੱਖ ਦੀ ਇੱਥੇ ਲੋੜ ਹੈ। ਮਹਾਰਾਜਾ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਜੇ ਰਲ ਕੇ ਇਸ ਤੇ ਪਹਿਰਾ ਦੇ ਲੈਣਗੇ, ਨਾ ਇੱਥੋਂ ਜ਼ਮੀਨ ਖੁੱਸੇਗੀ ਤੇ ਨਾ ਇਸੇ ਤਰ੍ਹਾਂ ਦਾ ਕੋਈ ਵਰਤਾਰਾ ਹੋਵੇਗਾ ਆਉਣ ਵਾਲੀ ਸਰਕਾਰ ਵੀ ਜਿਹੜੀ ਕਾਂਗਰਸ ਪਾਰਟੀ ਦੀ ਹੋਵੇਗੀ।
ਤੁਸੀਂ ਨਿਹਾਲ ਸਿੰਘ ਹਲਕੇ ਦੀ ਪ੍ਰਤੀਨਿਧਤਾ ਕਰਦੇ ਹੋ ਤੇ ਅਗਲੇ ਇਲੈਕਸ਼ਨ ਵੀ ਤੁਸੀਂ ਨਿਹਾਲ ਸਿੰਘ ਹਲਕੇ ਤੋਂ ਹੀ ਲੜਨਾ ਚਾਹੁੰਦੇ ਹੋ, ਤੇ ਜਿਹੜਾ ਕਾਂਗਰਸ ਦੀ ਫੁੱਟ ਦਾ ਦੋ ਧੜੇ ਬਣ ਗਏ ਹੈ, ਇਹ ਤੁਹਾਡੇ ਲੋਕਲ ਲੈਵਲ ਤੇ ਵੀ, ਜਿਵੇਂ ਆਮ ਤੌਰ ਤੇ ਪੰਜਾਬ 'ਚ ਦੇਖਿਆ ਗਿਆ, ਜਿਹੜੀ ਹਾਈ ਲੈਵਲ ਦੀ ਫੁੱਟ ਹੈ ਉਹਦਾ ਲੋਕਲ ਲੈਵਲ ਤੇ ਅਸਰ ਪਿਆ, ਲੋਕਲ ਲੈਵਲ ਤੇ ਦੋ ਧੜੇ ਬਣ ਗਏ। ਤੁਸੀਂ ਆਪਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲੇ 'ਚ ਇਸ ਫੁੱਟ ਨੂੰ ਕਿਸ ਤਰ੍ਹਾਂ ਵੇਖਦੇ ਹੋ, ਉਸ ਨੂੰ ਕਿਸ ਤਰ੍ਹਾਂ ਟੈਕਲ ਕਰਨ ਦੀ ਪਲੈਨਿੰਗ ਕਰਦੇ ਹੋ? ਮੈਂ ਸਮੁੱਚੇ ਪੰਜਾਬ ਦਾ ਜਿਹੜਾ ਵਰਤਾਰਾ ਦੇਖਿਆ ਜੀ, ਹਰ ਹਲਕੇ 'ਚ ਦੋ ਦੋ ਤਿੰਨ ਤਿੰਨ ਧੜੇ ਆ ਜੀ, ਦੋ ਦੋ ਤਿੰਨ ਤਿੰਨ ਧੜੇ ਇਸ ਕਰਕੇ ਵੀ ਆ ਜੀ, ਕਿ ਲੀਡਰ ਜਿਹੜੇ ਆ ਜੀ, ਉਹਨਾਂ ਦੀ ਟਿਕਟਾਂ ਦਾ ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਕਿਹੜਾ ਨੂੰ ਟਿਕਟ ਮਿਲੂ ਕਿਹਨੂੰ ਨਹੀਂ ਮਿਲੂ। ਜੀ, ਲੇਕਿਨ ਸਾਡਾ ਹਲਕਾ ਲੰਬੇ ਸਮੇਂ ਤੋਂ ਰਿਜ਼ਰਵ ਹੈ ਜੀ, ਇੱਥੇ ਦੋ ਧੜੇ ਆ ਲੰਬੇ ਸਮੇਂ ਤੋਂ। ਜੀ, ਦੋ ਧੜਿਆਂ ਦੇ ਵਿੱਚ ਬੈਲੈਂਸ ਰੱਖ ਕੇ ਹੀ ਚੱਲਣਾ ਪੈਂਦਾ। ਜੀ, ਜਦੋਂ ਮੈਂ 7 'ਚ ਵੀ ਜਿੱਤਿਆ ਸੀ, ਜੀ, ਮੈਂ ਪ੍ਰੋ ਕਾਂਗਰਸ ਹੋਈ ਸੀ ਉਦੋਂ, ਜੀ, ਤੇ ਮੈਨੂੰ ਵੱਡੇ ਪੱਧਰ ਤੇ ਕਾਂਗਰਸੀਆਂ ਨੇ ਵੀ ਵੋਟ ਪਾਈ। ਜੀ, ਮੇਰਾ ਪਿਛੋਕੜ ਹੋਣ ਕਰਕੇ ਕੁਝ ਮੈਨੂੰ ਗੁਰਮਤ ਧਾਰਨੀ ਲੋਕਾਂ ਨੇ ਵੀ ਵੋਟ ਪਾ ਦਿੱਤੀ। ਜੀ, ਕੁਝ ਲੋਕਾਂ ਨੇ, ਕਿਉਂਕਿ ਮੈਂ ਸਾਹਿਤ ਨਾਲ ਜੁੜਿਆ ਹੋਇਆ ਜੀ, ਤੇ ਮੈਂ ਕੁਝ ਐਸੀਆਂ ਵਿਧਾ ਤੇ ਕੰਮ ਕਰਦਾ ਜੀ, ਜਿਹੜੀਆਂ ਕਿ ਇਨਕਲਾਬੀ ਗੱਲਾਂ ਮੂਹਰੇ ਲੈ ਕੇ ਆਉਂਦੀਆਂ। ਜੀ, ਜਦੋਂ ਉਹ ਗੱਲਾਂ ਮੈਂ ਲੋਕਾਂ 'ਚ ਲੈ ਕੇ ਜਾਂਦਾ, ਚੰਗੀ ਸੇਧ, ਵਿਗਿਆਨਕ ਸੇਧ ਨੂੰ ਲੈ ਕੇ ਜਾਂਦੇ ਆ, ਤੇ ਖੱਬੀ ਸੋਚ ਦੇ ਕੁਝ ਲੋਕ ਵੀ ਮੇਰੇ ਵੱਲ ਆਪਣਾ ਡੱਕਾ ਸਿੱਟ ਜਾਂਦੇ ਆ। ਇਸ ਕਰਕੇ ਜਿਹੜੀ ਵੋਟ ਹੈ ਉਹ ਥੋੜੀ ਥੋੜੀ ਹਰ ਖੇਮੇ 'ਚੋਂ ਲੈਣੀ ਪੈਂਦੀ ਹੈ। ਕੁਝ ਤੁਹਾਡੀ ਆਪਦੀ ਪਰਸਨੈਲਿਟੀ ਦੀ ਵੋਟ ਹੁੰਦੀ ਹੈ, ਜਿਹੜੀ ਕੁਝ ਧੜਿਆਂ ਦੇ ਨਾਲ ਤਾਲਮੇਲ ਬਹਾ ਕੇ ਉਹਨਾਂ ਨੂੰ ਸੈਟੀਸਫਾਈ ਕਰਕੇ ਜਦੋਂ ਨਾਲ ਲੈ ਕੇ ਅਸੀਂ ਤੁਰਾਂਗੇ। ਤੇ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਬਹੁਤ ਮੁਖਰ ਹੋ ਗਿਆ, ਬਹੁਤ ਸਿਆਣਾ ਹੋ ਗਿਆ। YouTube ਨੇ, WhatsApp ਨੇ ਇੰਨਾ ਕੁ ਸਿਆਣਾ ਕਰ ਦਿੱਤਾ ਕਿ ਉਹਨੂੰ ਹਰ ਗੱਲ ਦਾ ਪਤਾ ਹੈ। ਉਹ ਸੋਚ ਕੇ ਵੋਟ ਪਾਊਗਾ ਕਿ ਅਸੈਂਬਲੀ 'ਚ ਉਹ ਜਾਣਾ ਚਾਹੀਦਾ ਹੈ ਜਿਹੜਾ ਪੰਜਾਬ ਦੀ ਅਸੈਂਬਲੀ 'ਚ ਜਾ ਕੇ ਸਾਡੇ ਹਲਕੇ ਲਈ ਉਹਦੀ ਆਵਾਜ਼ ਬਣੇ। ਜਿਹਦੇ ਕੋਲੇ ਆਵਾਜ਼ ਹੀ ਨਹੀਂ, ਕੁਛ ਹੀ ਨਹੀਂ ਕਰ ਸਕਣਾ। ਮੈਂ ਤਾਂ ਆਪਦਾ ਦਾਅਵਾ ਇਹ ਪੇਸ਼ ਕਰਦਾ ਕਿ ਮੈਂ 7 ਤੋਂ 12 ਤੱਕ ਪੰਜਾਬ ਦੀ ਅਸੈਂਬਲੀ 'ਚ ਸਭ ਤੋਂ ਵੱਧ ਸਵਾਲ ਕੀਤੇ ਆ, ਮਸਲੇ ਹੱਲ ਕਰਾਏ ਆ, ਔਰ ਕਾਲਜ ਲੈ ਕੇ ਆਇਆ, ਗ੍ਰਿਡ ਲੈ ਕੇ ਆਇਆ, ਪੁਲ ਬਣਾਏ ਆ, ਸਕੂਲ ਅਪਗ੍ਰੇਡ ਕਰਾਏ ਆ। ਮੇਰਾ ਤਾਂ ਇੱਕ ਰਿਕਾਰਡ ਬੋਲਦਾ ਕਿ ਮੈਂ ਇਹਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗੂੰਗਾ, ਤੇ ਮੇਰੇ ਤੇ ਅੱਜ ਤੱਕ ਇੱਕ ਵੀ ਕਰਪਸ਼ਨ ਦਾ ਦਾਗ ਨਹੀਂ। ਬੇਦਾਗ ਹੋ ਕੇ ਮੈਂ ਲੋਕਾਂ 'ਚ ਜਾਣਾ ਹੈ ਤੇ ਮੈਂ ਪੁੱਛੂੰਗਾ ਵੀ ਬੇਦਾਗ ਚਾਹੀਦਾ, ਅਸੈਂਬਲੀ 'ਚ ਬੋਲਣ ਵਾਲਾ ਚਾਹੀਦਾ, ਤੁਹਾਡੇ ਮਸਲੇ ਹੱਲ ਕਰਾਉਣ ਵਾਲਾ ਚਾਹੀਦਾ, ਤਾਂ ਵੋਟ ਪਾਓ ਅਜੀਤ ਸਿੰਘ ਸ਼ਾਂਤ ਨੂੰ। ਜੇ ਤੁਹਾਨੂੰ ਉਸੇ ਤਰ੍ਹਾਂ ਦੇ ਬੰਦੇ ਚਾਹੀਦੇ ਫਿਰ ਵੋਟ ਜਿਹਨੂੰ ਮਰਜ਼ੀ ਪਾਓ। ਜੇ ਅਗਲੀ ਸਰਕਾਰ ਕਾਂਗਰਸ ਦੀ ਬਣਦੀ ਹੈ ਤੇ ਤੁਸੀਂ ਇਲੈਕਸ਼ਨ ਜਿੱਤਦੇ ਹੋ, ਤੁਹਾਡੇ ਦਿਮਾਗ 'ਚ ਕੀ ਨਵਾਂ ਕੀ ਕਰੋਗੇ? ਕਿਉਂਕਿ ਚਲੋ ਇਹ ਤਾਂ ਨਾਰਮਲ ਹੋ ਗਏ, ਪਹਿਲਾਂ ਵੀ ਤੁਸੀਂ ਬਹੁਤ ਜਿਹੜੇ ਵਿਧਾਨ ਸਭਾ 'ਚ ਮੁੱਦੇ ਉਠਾਏ ਆ, ਸਵਾਲ ਪੁੱਛਦੇ ਰਹੇ ਹੋ, ਉੱਥੇ ਹਾਈਲਾਈਟ ਕੀਤਾ ਆਪਦੇ ਇਲਾਕੇ ਦੀਆਂ ਸਮੱਸਿਆਵਾਂ ਨੂੰ, ਪੰਜਾਬ ਦੀਆਂ ਸਮੱਸਿਆਵਾਂ ਨੂੰ। ਕੋਈ ਵੱਖਰਾ ਕੀ ਕਰਨਾ ਚਾਹੁੰਦੇ ਹੋ ਅਗਲੇ ਟਰਮ 'ਚ? ਇੱਕ ਬਹੁਤ ਵੱਡਾ, ਥੋੜਾ ਜਿਹਾ 2-4 ਮਿੰਟ ਲੱਗਣਗੇ ਜੀ। ਮੈਂ ਇੱਕ ਉੱਥੇ ਮਤਾ ਲਿਆਉਣਾ ਚਾਹੁੰਦਾ ਜੀ, ਪੰਜਾਬ ਦੀ ਅਸੈਂਬਲੀ 'ਚ। ਜੀ, ਪੰਜਾਬ ਦੀ ਅਸੈਂਬਲੀ 'ਚ ਮਤਾ ਐਸਾ ਲਿਆਉਣਾ, ਚੋਣ ਸੁਧਾਰ ਆ ਜਿਹੜੇ ਜੀ, ਉਹ ਵੱਡੇ ਪੱਧਰ ਤੇ ਕੀਤੇ ਜਾਣ। ਜੀ, ਪੰਜਾਬ ਦੇ 3 ਟਾਇਰ ਸਿਸਟਮ, ਜੀ, ਪੰਜਾਬ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਜੀ, ਰਾਸ਼ਟਰਪਤੀ ਤੱਕ ਜੀ, ਚੋਣ ਹੈ। ਜਿਵੇਂ ਕਿ ਅੱਜ ਦੇਸ਼ ਦੀ ਸਰਕਾਰ ਕਹਿ ਰਹੀ ਹੈ ਇੱਕ ਦੇਸ਼ ਇੱਕ ਚੋਣ, ਜੀ, ਉਸੇ ਆਧਾਰ ਤੇ ਮੈਂ ਕਹਿਣੀ ਚਾਹੁੰਦਾ ਕਿ ਅਮਰੀਕਾ 'ਚ ਇੱਕ ਵਿਧਾਨ ਹੈ ਜੀ, ਜਿਹੜਾ ਉੱਥੋਂ ਦਾ ਰਾਸ਼ਟਰਪਤੀ 2 ਵਾਰੀ ਚੁਣਿਆ ਜਾਵੇ, ਜੀ, ਉਹ 2 ਵਾਰ ਤੋਂ ਬਾਅਦ ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣ ਸਕਦਾ। ਮੈਂ ਪੰਜਾਬ ਦੀ ਅਸੈਂਬਲੀ 'ਚ ਇੱਕ ਮਤਾ ਲੈ ਕੇ ਆਉਂਗਾ ਕਿ ਵੀ ਜਿਹੜਾ ਵੀ ਵਿਧਾਇਕ 2 ਵਾਰੀ ਚੁਣਿਆ ਜਾਵੇ, ਤੀਜੀ ਵਾਰ ਉਹ ਵਿਧਾਇਕ ਬਣਨ ਨੂੰ ਉਹਦੇ ਤੇ ਰੋਕ ਲੱਗਣੀ ਚਾਹੀਦੀ ਹੈ। ਬਿਲਕੁਲ ਜੀ। ਤੇ ਜਿਹੜਾ ਵੀ ਵਿਧਾਇਕ ਇੱਕ ਵਾਰੀ ਚੁਣਿਆ ਗਿਆ, ਉਹਨੂੰ ਜਿਹੜੀ ਉਹਦੀ ਪੈਨਸ਼ਨ ਹੈ ਉਹ ਵੀ ਉਹਨੂੰ ਇੱਕ ਹੀ ਮਿਲਣੀ ਚਾਹੀਦੀ, ਦੂਜੀ ਵਾਰ ਦੀ ਉਹਨੂੰ ਪੈਨਸ਼ਨ ਨਹੀਂ ਮਿਲਣੀ ਚਾਹੀਦੀ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਪੰਚਾਇਤ ਮੈਂਬਰ ਹੈ, ਮਿਊਨਿਸਪੈਲਿਟੀਆਂ ਦੇ ਐਮਸੀ ਹੈ, ਬਲਾਕ ਸਮਤੀਆਂ ਦੇ ਮੈਂਬਰ ਹੈ, ਇਹ ਵੀ 2 ਵਾਰ ਤੋਂ ਵੱਧ ਨਹੀਂ ਚੁਣੇ ਜਾਣੇ ਚਾਹੀਦੇ। ਕੋਈ ਵੀ ਚੇਅਰਮੈਨ ਹੈ ਉਹ ਵੀ 2 ਵਾਰ ਤੋਂ ਵੱਧ ਨਹੀਂ ਚੁਣਿਆ ਜਾਣਾ ਚਾਹੀਦਾ, ਤਾਂ ਕਿ ਰੋਟੇਸ਼ਨ ਬਣਦੀ ਰਹੇ, ਲੋਕ ਨਵੇਂ ਆਉਂਦੇ ਰਹਿਣ, ਉਹਨਾਂ ਨੂੰ ਰਾਜਨੀਤੀ 'ਚ ਕੰਮ ਕਰਨ ਦਾ ਮੌਕਾ ਮਿਲੇ। ਇਸ ਕਰਕੇ ਕੋਈ ਵੀ ਐਮਐਲਏ ਹੈ ਉਹ 2 ਜਾਂ 3 ਵਾਰ ਤੋਂ ਬਾਅਦ ਉਹਦੇ ਤੇ ਬੈਨ ਲੱਗਣਾ ਚਾਹੀਦਾ, ਤੇ ਕੋਈ ਵੀ ਮੁੱਖ ਮੰਤਰੀ ਹੈ ਉਹ 2 ਜਾਂ 3 ਵਾਰ ਤੋਂ ਬਾਅਦ ਚੌਥੀ ਵਾਰ ਮੁੱਖ ਮੰਤਰੀ ਨਾ ਬਣੇ। ਕਾਨੂੰਨੀ ਤੌਰ ਤੇ ਰੋਕ ਲੱਗ ਜੇ, ਫਿਰ ਇਹਨਾਂ 'ਚ ਹੋੜ ਹੈ ਜਿਹੜੀ ਉਹ ਘਟ ਜੂਗੀ। ਅਗਲਾ ਕਹਿੰਦਾ ਮੇਰੀ ਵਾਰੀ ਵੀ ਆਈ ਲਓ, ਮੇਰੀ ਵਾਰੀ ਵੀ ਆਈ ਲਓ। ਕੋਈ ਆਪਣੀ ਵਾਰੀ, ਕੋਈ 10 ਸਾਲ ਰਾਜ ਕਰਕੇ ਚਲਾ ਗਿਆ, ਉਦੋਂ ਬਾਅਦ ਤਾਂ ਉਹਨੇ ਆਉਣਾ ਨਹੀਂ, ਉਹਦੀਆਂ ਨੀਤੀਆਂ ਨੂੰ ਕੋਈ ਹੋਰ ਆ ਕੇ ਲਾਗੂ ਕਰ ਲੂਗਾ। ਇਸ ਤਰ੍ਹਾਂ ਜਿਹੜੇ ਚੋਣ ਸੁਧਾਰ ਹੈ ਉਹ ਵੱਡੇ ਪੱਧਰ ਤੇ ਹੋਣੇ ਚਾਹੀਦੇ ਆ। ਇੱਕ ਮੈਂ ਆਪਦੇ ਅਸੈਂਬਲੀ ਹਲਕੇ ਲਈ ਇੱਕ ਚਾਹੂੰਗਾ ਕਿ ਮੇਰਾ ਹਲਕਾ ਲੰਬੇ ਸਮੇਂ ਤੋਂ ਰਿਜ਼ਰਵ ਹੋਣ ਕਰਕੇ
ਇਹ ਜਿਹੜੀ ਸਵੱਲੀ ਨਜ਼ਰ ਵੱਲੋਂ ਥੋੜਾ ਜਿਹਾ ਸਖਣਾ ਰਿਹਾ ਜੀ। ਮੈਂ ਆਪਦੇ ਹਲਕੇ 'ਚ ਇੱਕ ਬਹੁਤ ਵੱਡੀ ਕੋਈ ਇਸ ਐਗਰੋ ਬੇਸਡ ਜਿਹੜੀ ਇੰਡਸਟਰੀ ਹੈ ਓਕੇ ਜੀ। ਉਹਦੇ ਲਈ ਮੈਂ ਪ੍ਰਬੰਧ ਕਰਾਂਗਾ ਜੀ। ਜਿੱਤਣ ਤੋਂ ਬਾਅਦ ਕਿ ਇੱਥੇ ਵੱਡੇ ਪੱਧਰ ਤੇ ਲੋਕ ਆ ਜਿਹੜੇ ਸਾਡੇ ਉਹਨਾਂ ਨੂੰ ਜੀ ਖੇਤੀ ਦੇ ਵਿੱਚ ਆਰਗਨ ਖੇਤੀ ਦੇ ਵਿੱਚ ਜੀ। ਖਾਸ ਤੌਰ ਤੇ ਸਾਡੀਆਂ ਬੀਬੀਆਂ ਨੂੰ ਜਿਵੇਂ ਨਰੇਗਾ ਦੇ ਵਿੱਚ ਕੰਮ ਮਿਲਦਾ 100 ਦਿਨ ਦਾ ਜੀ। ਉਹਨੂੰ 200 ਦਿਨ ਦਾ ਕਰਾਇਆ ਜਾਵੇ। ਜੀ। ਇਸੇ ਤਰ੍ਹਾਂ ਜਿਹੜਾ ਚੰਗੀ ਵੱਡੀ ਫੈਕਟਰੀ ਲਵਾ ਕੇ ਜੀ ਕੇਵਲ ਤੇ ਕੇਵਲ ਰਿਜ਼ਰਵ ਕਰਕੇ ਜੀ। ਵੀ ਕੇਵਲ ਹਲਕੇ ਨਿਹਾਲ ਸਿੰਘ ਵਾਲੇ ਦੇ 70 ਪਿੰਡਾਂ ਦੇ ਬੰਦੇ ਜੀ। ਨੌਜਵਾਨ ਮੁੰਡੇ ਹੀ ਜੀ। ਇੱਥੇ ਕੰਮ ਕਰਨਗੇ, ਬਾਹਰਲਾ ਕੋਈ ਕੰਮ ਨਹੀਂ ਕਰੂਗਾ। ਜੀ ਇਸ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਕਿ ਸਾਡੇ ਹਲਕੇ ਦੇ ਲੋਕ ਆ ਜਿਹੜੇ ਪੜ੍ਹ ਲਿਖ ਕੇ ਜੀ। ਇੱਥੇ ਹੀ ਕੰਮ ਕਰਨ। ਚੰਗੀਆਂ ਟੈਕਨੀਕਲ ਐਜੂਕੇਸ਼ਨ ਲਿਆਂਦੀ ਜਾਊਗੀ, ITI ਵੱਡੇ ਪੱਧਰ ਤੇ ਖੋਲੀਆਂ ਜਾਣਗੀਆਂ ਕਿ ਰੁਜ਼ਗਾਰ ਮੁਖੀ ਜਿਹੜਾ ਐਜੂਕੇਸ਼ਨ ਦਿੱਤੀ ਜਾਵੇ। ਲੋਕ ਸਾਡੇ ਪੜ੍ਹ ਲਿਖ ਕੇ ਮਾਪਿਆਂ ਤੋਂ ਦੂਰ ਨਾ ਜਾਣ, ਵਿਦੇਸ਼ਾਂ 'ਚ ਸਾਡੀ ਜਵਾਨੀ ਜਾ ਕੇ ਰੁਲੇ ਨਾ, ਇੱਥੇ ਹੀ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਮੈਂ ਇਹ 2-3 ਮਸਲਿਆਂ ਤੇ ਆਉਣ ਵਾਲੀ ਅਸੈਂਬਲੀ 'ਚ ਮੇਰਾ ਮਨ ਆ ਵੀ ਮੈਂ ਕੰਮ ਕਰੂੰਗਾ। ਰੁਜ਼ਗਾਰ ਦਿਵਾਉਣ ਵਾਸਤੇ ਚੰਗੀ ਇੰਡਸਟਰੀ ਲਿਆਂਦੀ ਜਾਵੇ, ਚੰਗੇ ITI ਖੋਲੇ ਜਾਣ। ਇਸੇ ਤਰ੍ਹਾਂ ਜਿਹੜਾ ਵੱਡੇ ਪੱਧਰ ਤੇ ਆ ਜਿਹੜਾ ਉਹ ਫੈਕਟਰੀਆਂ ਲਿਆ ਕੇ ਸਾਡੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਨਰੇਗਾ ਦਾ ਰੁਜ਼ਗਾਰ ਜਿਹੜਾ 200 ਦਿਨ ਦਾ ਕਰਾਇਆ ਜਾਵੇ। ਇਹ ਜਿਹੜੇ ਮਸਲੇ ਆ ਮੈਂ ਲੋਕਾਂ 'ਚ ਲੈ ਕੇ ਜਾਵਾਂਗਾ। ਸਾਂਝ ਸਾਹਿਬ, ਜਿਹੜਾ ਸਰਕਾਰੀ ਮੁਲਾਜ਼ਮ ਹੁੰਦਾ ਹੈ ਕਲਾਸ 4 ਤੋਂ ਸ਼ੁਰੂ ਕਰ ਲਓ, ਕਲਾਸ 4 ਤੋਂ ਲੈ ਕੇ ਕਲਾਸ 2, ਕਲਾਸ 3, ਕਲਾਸ 1 ਤੱਕ ਕੋਈ ਵੀ ਸਰਕਾਰੀ ਮੁਲਾਜ਼ਮ ਆਪਣਾ ਬਿਜ਼ਨਸ ਨਹੀਂ ਕਰ ਸਕਦਾ, ਆਪਣੇ ਨਾਂ ਤੇ ਕੰਪਨੀ ਰਜਿਸਟਰ ਨਹੀਂ ਕਰਾ ਸਕਦਾ। ਉਹਦੇ ਤੇ ਬੈਨ ਹੈ ਕਿ ਉਹ ਤਨਖਾਹ ਲੈਂਦਾ, ਉਹਦੀ ਮਨਸ਼ਾ ਇਹ ਹੁੰਦੀ ਹੈ ਕਿ ਉਹਦਾ ਧਿਆਨ ਆਪਦੀ ਸਰਵਿਸ 'ਚ ਰਵੇ। ਕੀ ਇਹ ਜਿਹੜਾ ਰੂਲ ਹੈ ਇਹ ਪੋਲੀਟੀਸ਼ੀਅਨਾਂ ਤੇ ਨਹੀਂ ਲਾਗੂ ਹੋ ਸਕਦਾ? ਹੋ ਸਕਦਾ। ਜਿਹੜਾ ਵੀ ਪੋਲੀਟੀਸ਼ੀਅਨ ਹੈ ਜੀ, ਜਿਹੜਾ ਪੋਲੀਟੀਸ਼ੀਅਨ ਵਿਧਾਨਕ ਤੌਰ ਤੇ ਜੀ ਕੋਈ ਪੇ ਲੈਂਦਾ ਜੀ, ਭੱਤੇ ਲੈਂਦਾ ਜੀ, ਉਹਦੀ ਚੰਗੀ ਪੇ ਹੈ ਜੀ, MLA ਹੋਵੇ, MP ਹੋਵੇ, ਰਾਜ ਸਭਾ ਦਾ ਮੈਂਬਰ ਹੋਵੇ, ਚੇਅਰਮੈਨ ਹੋਵੇ ਜੀ, ਜਿਹੜੇ ਕਾਨੂੰਨ ਹੈ ਜੀ ਹਿੰਦੁਸਤਾਨ ਦੇ, ਭਾਰਤ ਸਰਕਾਰ ਦੇ ਜਿਹੜੇ ਵੀ ਲੋਕ ਹੈ ਮੁਲਾਜ਼ਮ ਜੀ, ਹੇਠਲੇ ਪੱਧਰ ਤੋਂ ਲੈ ਕੇ ਕਲਾਸ 4 ਤੋਂ ਲੈ ਕੇ IAS ਤੱਕ ਜੀ, ਜਿਹੜੇ ਰੂਲ ਉਹਨਾਂ ਤੇ ਲਾਗੂ ਹੁੰਦੇ ਉਹੀ ਰੂਲ ਆ ਜਿਹੜੇ MLA MP ਤੇ ਲਾਗੂ ਹੋਣੇ ਚਾਹੀਦੇ, ਤਾਂ ਕਿ ਇਹ ਵੀ ਲੋਕ ਆ ਜਿਹੜੇ ਇਹ ਆਪਣੀਆਂ ਵੱਡੀਆਂ ਫੈਕਟਰੀਆਂ ਲਾ ਕੇ ਰਾਜਸੀ ਪ੍ਰਭਾਵ ਦੇ ਨਾਲ ਲੋਕਾਂ ਦਾ ਹੱਕ ਖੋਹ ਕੇ ਆਪਣੇ ਭਾਈ ਭਤੀਜਿਆਂ ਦੇ ਨਾਂ ਨਾ ਕਰਨ। ਇਹਦੇ ਤੇ ਵੱਡੇ ਪੱਧਰ ਤੇ ਰੋਕ ਲੱਗਣੀ ਚਾਹੀਦੀ ਹੈ। ਮੈਂ ਇਸ ਤੁਹਾਡੇ ਸਵਾਲ ਨਾਲ 100% ਹੈ ਜਿਹੜਾ ਮੁਤਫਿਕ ਹੈ, ਸਹਿਮਤ ਹੈ ਵੀ ਜਿਸ ਤਰ੍ਹਾਂ ਮੁਲਾਜ਼ਮ ਹੈ ਉਹ ਕੋਈ ਫੈਕਟਰੀ ਜਾਂ ਹੋਰ ਤਰ੍ਹਾਂ ਦਾ ਲਾਇਸੈਂਸ ਲੈ ਕੇ ਨਹੀਂ ਚਲਾ ਸਕਦੇ, ਇਸੇ ਤਰ੍ਹਾਂ ਦੇ ਪੋਲੀਟੀਸ਼ੀਅਨ ਨੂੰ ਵੀ ਨਹੀਂ ਕੰਮ ਕਰਨੇ ਚਾਹੀਦੇ। ਇਹ ਜਿਹੜੇ ਕੰਮ ਹੈ ਇਹ ਪਬਲਿਕ ਦੇ ਆ, ਪਬਲਿਕ ਦੇ ਆ ਜਾਂ ਪ੍ਰਾਈਵੇਟ ਸੈਕਟਰ ਦੇ ਆ, ਉਹ ਕਰਨ। ਜਿਹਨੇ ਲੋਕ ਸੇਵਾ ਕਰਨੀ ਹੈ ਉਹ ਇਹਨਾਂ ਕੰਮਾਂ 'ਚ ਨਾ ਆਵੇ ਜੀ। ਇਹ ਮੈਂ ਤੁਹਾਡੇ ਨਾਲ ਬਿਲਕੁਲ ਮੁਤਫਿਕ ਜੀ। ਸ਼ਾਹ ਸਾਹਿਬ, ਤੁਸੀਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੋ ਤੇ ਕਾਂਗਰਸ ਪਾਰਟੀ 'ਚ ਹੁਣ ਵਿਵਾਦ ਚੱਲ ਰਿਹਾ, ਫੁੱਟ ਚੱਲ ਰਹੀ ਹੈ, ਕਾਂਗਰਸ ਪਾਰਟੀ ਦਾ ਗ੍ਰਾਫ ਦਿਨ ਬ ਦਿਨ ਥੱਲੇ ਜਾ ਰਿਹਾ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਅਕਾਲੀ ਦਲ ਦਾ ਗ੍ਰਾਫ ਅਪ ਹੋ ਰਿਹਾ ਕਿ ਅਗਲੀ ਸਰਕਾਰ ਕਾਂਗਰਸ ਦੀ ਮਤਲਬ ਅਕਾਲੀ ਦਲ ਦੀ ਆ ਸਕਦੀ ਹੈ? ਸਵਾਲ ਤਾਂ ਤੁਸੀਂ ਕੀਤਾ ਹੈ, ਇਸ ਮਸਲੇ ਤੋਂ ਵੀ ਕੁਝ ਉਹਨਾਂ ਨੇ ਦੂਜੀਆਂ ਪਾਰਟੀਆਂ ਨਾਲ ਸਮਝੌਤਾ ਵੀ ਕੀਤਾ ਜੀ, ਕੁਛ ਇਸ ਤਰ੍ਹਾਂ ਥੋੜਾ ਜਿਹਾ ਅਗਰੈਸਿਵ ਹੋ ਕੇ ਵੀ ਤੁਰੇ ਆ। ਕਾਂਗਰਸ ਪਾਰਟੀ ਹਜੇ ਫੁੱਟ ਦਾ ਸ਼ਿਕਾਰ ਹੋ ਕੇ ਆ ਬਹੁਤ ਵੱਡਾ ਮਸਲਾ ਜਿਹੜਾ ਸੀ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਜਿਹੜਾ ਹੱਲ ਕੀਤਾ, ਉਹਨਾਂ ਦੇ ਰੇਟ ਵਧਾਏ ਜੀ। ਮੈਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਕਿ ਵੱਡੇ ਪੱਧਰ ਤੇ ਕਿਸਾਨ ਯੂਨੀਅਨਾਂ ਕਿਸੇ ਸਿਆਸੀ ਬੰਦੇ ਦਾ ਮੂੰਹ ਮਿੱਠਾ ਕਰਾਉਂਦੀਆਂ ਜੀ। ਐਡਾ ਵੱਡਾ ਜਿਹੜਾ ਕੰਮ ਕਰਕੇ ਵੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਆਪਣੇ ਇਸ ਮਸਲੇ ਨੂੰ ਭੁਲਾ ਨਹੀਂ ਰਹੀ ਜੀ, ਜਿਹਦੇ ਤੋਂ ਓਬੇਸਲੀ ਹੈ ਜੀ। ਐਡੇ ਕੰਮ ਕੀਤੇ ਆ ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਅੱਜ ਤੱਕ ਜੀ, ਜਿੰਨੀਆਂ ਸੰਸਥਾਵਾਂ ਬਣੀਆਂ ਵੀਆਂ ਜੀ ਉਹ ਸਾਰੀਆਂ ਕਾਂਗਰਸ ਪਾਰਟੀ ਦੀ ਦੇਣ ਜੀ। ਲੇਕਿਨ ਅਸੀਂ ਇਹ ਪ੍ਰਚਾਰ ਲੋਕਾਂ 'ਚ ਲੈ ਕੇ ਜਾ ਨਹੀਂ ਰਹੇ ਜੀ। ਅੱਜ ਜੋ ਵੀ ਹੈ ਜੀ, ਸਗਨ ਸਕੀਮ ਵੱਧ ਗਈ ਹੈ ਜੀ, ਜਿਹੜੀ ਪੈਨਸ਼ਨ ਵੱਧ ਗਈ ਹੈ ਜਾਂ ਹੋਰ ਜਿਹੜੀਆਂ ਚੀਜ਼ਾਂ ਉਹਦੇ ਤੇ ਵੱਡੇ ਪੱਧਰ ਤੇ ਇਜ਼ਾਫਾ ਕਰ ਦਿੱਤਾ ਮਹਾਰਾਜ ਸਾਹਿਬ ਨੇ। ਅੱਜ 15% ਜਿਹੜੀ ਦੇ ਦਿੱਤਾ, ਹੁਣ ਵਾਧਾ ਕਰ ਦਿੱਤਾ ਪੈਨਸ਼ਨਾਂ ਤੇ ਤਨਖਾਹਾਂ ਦੇ ਵਿੱਚ। ਇਹ ਵੀ ਮੁਲਾਜ਼ਮਾਂ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ। ਇਸੇ ਤਰ੍ਹਾਂ ਆਉਣ ਵਾਲੇ ਸਮੇਂ 'ਚ ਹੋਰ ਪਤਾ ਨਹੀਂ ਕਿੰਨੇ ਮਹਾਰਾਜਾ ਸਾਹਿਬ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਤੇ ਆਉਣ ਵਾਲੀਆਂ ਮੀਟਿੰਗਾਂ 'ਚ, ਕੈਬਨਿਟ ਦੀਆਂ ਮੀਟਿੰਗਾਂ 'ਚ ਪਾਸ ਕਰਨੇ ਆ, ਜਿਹਦੇ ਨਾਲ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ, ਮੁਲਾਜ਼ਮਾਂ ਦਾ ਖਾਸ ਤੌਰ ਤੇ ਆਮ ਲੋਕਾਂ ਦਾ ਭਲਾ ਹੋਣ ਜਾ ਰਿਹਾ। ਇਹਨਾਂ ਚੀਜ਼ਾਂ ਨੂੰ ਲੋਕਾਂ 'ਚ ਸਾਨੂੰ ਲਿਜਾਣ ਦੀ ਲੋੜ ਹੈ, ਬੂਥ ਲੈਵਲ ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਅਸੀਂ ਨਿਕਲੀਏ ਘਰਾਂ 'ਚੋਂ,
ਪਿੰਡਾਂ 'ਚ ਜਾਜੇ, ਜਾ ਕੇ ਆਪਣੇ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਜਦੋਂ ਲੈ ਕੇ ਲੋਕਾਂ 'ਚ ਜਾਵਾਂਗੇ, ਅਵਸ਼ ਲੋਕ ਆ ਜਿਹੜੇ ਇਹ ਸੋਚਣਗੇ ਵੀ ਕਿਹੜੇ ਕਿਹੜੇ ਪ੍ਰੋਗਰਾਮ ਆ ਜਿਹੜੇ ਮਹਾਰਾਜਾ ਸਾਹਿਬ ਨੇ ਸਾਨੂੰ ਲੈ ਕੇ ਦਿੱਤੇ। ਅੱਜ ਸਮਾਰਟ ਸਕੂਲ ਬਣ ਗਏ ਆ ਹਿੰਦੁਸਤਾਨ ਪੱਧਰ ਤੇ, ਭਾਰਤ ਦੇ ਪੱਧਰ ਤੇ ਜਿਹੜੀ ਐਜੂਕੇਸ਼ਨ ਹੈ ਉਹ ਸਭ ਤੋਂ ਇੱਕ ਨੰਬਰ ਤੇ ਪੰਜਾਬ ਦੀ ਆ ਗਈ ਹੈ। ਇਸ ਕਰਕੇ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਜਦੋਂ ਐਜੂਕੇਸ਼ਨ 'ਚ ਅਸੀਂ ਚੰਗੇ ਆ, ਆਉਣ ਵਾਲੇ ਸਮੇਂ 'ਚ ਸਾਨੂੰ ਹੈਲਥ ਦੇ ਖੇਤਰ 'ਚ ਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਕਿ ਅਸੀਂ ਭਾਰਤ ਦੇ ਪੱਧਰ ਤੇ ਹੀ ਇਹਨੂੰ ਸਭ ਤੋਂ ਉੱਚੇ ਥਾਂ ਲੈ ਕੇ ਜਾਈਏ। ਇਹੋ ਜਿਹੀਆਂ ਚੀਜ਼ਾਂ ਜਦੋਂ ਲੋਕਾਂ 'ਚ ਲੈ ਕੇ ਜਾਵਾਂਗੇ, ਲੋਕਾਂ ਦਾ ਇੱਕ ਵਾਰੀ ਮਨ ਜ਼ਰੂਰ ਕਰੂਗਾ ਕਿ ਮਹਾਰਾਜ ਸਾਹਿਬ ਨੂੰ ਇੱਕ ਵਾਰੀ ਫੇਰ, ਕਾਂਗਰਸ ਪਾਰਟੀ ਨੂੰ ਇੱਕ ਵਾਰੀ ਫੇਰ ਸਰਕਾਰ ਬਣਾਉਣ ਦਾ ਮੌਕਾ ਦੇਈਏ। ਜਿਹੜੇ ਕੰਮ ਅਧੂਰੇ ਆ ਤਾਂ ਕਿ ਉਹ ਪੂਰੇ ਕੀਤੇ ਜਾ ਸਕਣ। ਇੱਕੋ ਟਰਮ 'ਚ 50 ਸਾਲਾਂ 'ਚ ਜਿਹੜਾ ਮੈਨੀਫੈਸਟੋ ਹੁੰਦਾ ਕਈ ਵਾਰ ਉਹ ਪੂਰਾ ਤਰ੍ਹਾਂ ਲਾਗੂ ਨਹੀਂ ਹੁੰਦਾ, ਕਿਉਂਕਿ ਆਰਥਿਕ ਮਸਲੇ ਵੀ ਆ ਜਾਂਦੇ ਆ, ਵਿੱਚ ਕੋਵਿਡ ਆ ਗਿਆ ਜਿਹਦੇ ਕਰਕੇ 2 ਸਾਲ ਬਹੁਤ ਵੱਡਾ ਲੋਕਡਾਊਨ ਲੱਗਿਆ ਰਿਹਾ। ਆਰਥਿਕਤਾ ਰੇਹੜੀ ਫੜੀ ਵਾਲੇ ਦੀ ਵੀ ਜਿਹੜੀ ਆ ਧਵਸ ਹੋ ਗਈ, ਜਿਹਦਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ। ਸਰਕਾਰ ਨੂੰ ਵੀ ਹੋਇਆ, ਦੁਕਾਨਦਾਰ ਨੂੰ ਵੀ ਹੋਇਆ, ਮਜ਼ਦੂਰ ਨੂੰ ਵੀ ਹੋਇਆ, ਕਿਸਾਨ ਨੂੰ ਵੀ ਹੋਇਆ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਆਉਣ ਵਾਲੇ ਸਮੇਂ 'ਚ ਜਿਹੜਾ ਮਾਫੀਆ ਹੈ ਖਾਸ ਤੌਰ ਤੇ ਸ਼ਰਾਬ ਦਾ ਪੂਰਨ ਕੰਟਰੋਲ ਹੋ ਜੇ, ਮਾਈਨਿੰਗ ਦਾ ਪੂਰਨ ਕੰਟਰੋਲ ਹੋ ਜੇ, ਤੇਲ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਟੈਕਸ ਲੱਗੇ ਆ ਇਹ ਘਟਾ ਦਿੱਤੇ ਜਾਣ। ਤਿੰਨਾਂ ਚੀਜ਼ਾਂ 'ਚੋਂ ਇੰਨਾ ਕਮਾਲੀਆ ਆ ਜਾਣਾ ਜਿਹੜਾ ਪੰਜਾਬ ਦੇ ਰੈਵਨਿਊ ਨੂੰ ਵਧਾ ਦੇਵੇ ਤੇ ਚੰਗੀਆਂ ਤਨਖਾਹਾਂ ਅਸੀਂ ਲੋਕਾਂ ਨੂੰ ਦੇ ਸਕੀਏ। ਇਹ ਆਉਣ ਵਾਲੇ ਭਵਿੱਖ ਦੇ ਵਿੱਚ ਪਿਆ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਅਸੀਂ ਵਿਚਾਰ ਜ਼ਰੂਰ ਕਰਾਂਗੇ। ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ। ਪਰ ਜਿਹੜੇ ਤੁਸੀਂ ਮੁੱਦੇ ਭਾਰੇ, ਇਹਨਾਂ ਮੁੱਦਿਆਂ 'ਚੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 5 ਸਾਲ ਕੁਝ ਵੀ ਨਹੀਂ ਕੀਤਾ, ਤੇ ਤੁਸੀਂ ਲੋਕਾਂ 'ਚ ਤਾਂ ਜਾਓਗੇ ਨਾ, ਪ੍ਰਚਾਰ ਕਰੋਗੇ, ਪ੍ਰਚਾਰ ਤਾਂ ਕਰੋਗੇ ਲੋਕ ਪਿੰਡ 'ਚ ਵੜਨ ਦੇਣਗੇ। ਤੁਸੀਂ ਆਪ ਦੇਖੋ ਪਿਛਲੇ ਸਮੇਂ 'ਚ ਕਿੰਨੀਆਂ ਘਟਨਾਵਾਂ ਹੋਈਆਂ ਕਿ ਲੀਡਰ ਨੂੰ ਪਿੰਡ 'ਚ ਵੜਨ ਨਹੀਂ ਦਿੰਦੇ, ਉਹਦੇ ਗੱਲ ਪੈ ਜਾਂਦੇ, ਲੋਕ ਭਜਾ ਦਿੰਦੇ ਆ ਜੀ। ਡੈਮੋਕ੍ਰੇਸੀ ਆ ਨਾ ਜਿਹੜੀ ਜੀ, ਉਹਦੇ 'ਚ ਹਰ ਇੱਕ ਨੂੰ ਹੱਕ ਆਪਣੀ ਗੱਲ ਕਹਿਣ ਦਾ ਜੀ, ਚਾਹੇ ਉਹ ਸਾਡੇ ਹੱਕ ਦੀ ਗੱਲ ਕਰਦਾ ਚਾਹੇ ਨਹੀਂ ਕਰਦਾ ਜੀ। ਇਹ ਜਿਹੜਾ ਰੁਝਾਨ ਹੁਣ ਬਣਿਆ ਵਾ ਲੋਕਾਂ 'ਚ ਵੀ ਅਸੀਂ ਕਿਸੇ ਨੂੰ ਵੜਨ ਨਹੀਂ ਦੇਣਾ ਜੀ, ਉਹ ਰੁਝਾਨ ਦੇ ਨਾਲ ਮੈਂ ਸਹਿਮਤ ਨਹੀਂ ਜੀ। ਹਰ ਇੱਕ ਦੀ ਗੱਲ ਸੁਣੋ। ਵੋਟ ਪਾਉਣੀ ਨਾ ਪਾਉਣੀ ਉਹ ਤੁਹਾਡੇ ਆਪਦੇ ਮਨ ਦਾ ਵਿਚਾਰ ਹੈ, ਤੁਹਾਡੇ ਮਤ ਦਾ ਦਾਨ ਹੈ। ਜਿਹਨੂੰ ਚੰਗਾ ਲੱਗਦਾ ਤੁਸੀਂ ਗੱਲ ਤਾਂ ਸੁਣੋ ਨਾ ਅਗਲੇ ਦੀ। ਜਿੰਨਾ ਚਿਰ ਅਸੀਂ ਗੱਲ ਨਹੀਂ ਸੁਣਦੇ ਕਿ ਇਸ ਮਸਲੇ ਤੇ ਕੀ ਕੀਤਾ ਕੀ ਨਹੀਂ ਕੀਤਾ, ਕੀ ਉਹਨਾਂ ਨੇ ਜਿਹੜੇ ਕਰਜ਼ਾ ਮਾਫ ਗੱਲ ਕਰਨ ਦੀ ਗੱਲ ਕੀਤੀ ਸੀ, ਕੀ ਉਹਦੇ ਤੇ ਕੁਝ ਕੀਤਾ ਕਿ ਜਮਾ ਹੀ ਨਹੀਂ ਕੀਤਾ। ਜੇ ਕੀਤਾ, ਜੇ ਥੋੜਾ ਕੀਤਾ, ਆਉਣ ਵਾਲੇ ਸਮੇਂ 'ਚ ਵੱਧ ਵੀ ਕੀਤਾ ਜਾ ਸਕਦਾ। ਇਹ ਚੀਜ਼ਾਂ ਸੁਣਨੀਆਂ ਚਾਹੀਦੀਆਂ, ਸੁਣਾਂਗੇ ਤਾਂ ਪਤਾ ਲੱਗੂਗਾ ਵੀ ਕੀ ਹੋਇਆ ਵਾ। ਪਰ ਆਉਣ ਵਾਲੇ ਸਮੇਂ 'ਚ ਮੈਂ ਨਹੀਂ ਚਾਹੁੰਦਾ ਵੀ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੂੰ ਪਿੰਡਾਂ 'ਚ ਜਾਣ ਤੋਂ ਰੋਕਿਆ ਜਾ ਸਕੇ, ਕਿਉਂਕਿ ਡੈਮੋਕ੍ਰੇਸੀ ਦਾ ਇਹ ਧਰਮ ਹੀ ਨਹੀਂ ਬਣਦਾ। ਡੈਮੋਕ੍ਰੇਸੀ ਹੈ ਹੀ ਤਾਂ ਜੇ ਲੋਕਾਂ ਦੇ ਵਿਚਾਰ ਸੁਣ ਕੇ ਅਸੀਂ ਉਹਦੇ ਨਾਲ ਆਪਣੀ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਾਂਗੇ। ਅਸੀਂ ਉਹਨੂੰ ਮੰਨੀਏ ਚਾਹੇ ਨਾ ਮੰਨੀਏ, ਡੈਮੋਕ੍ਰੇਸੀ 'ਚ ਵਿਚਾਰ ਸੁਣਨਾ ਅਤੀ ਜ਼ਰੂਰੀ ਹੈ। ਗੋਸ਼ਟੀ ਦਾ ਸਭ ਤੋਂ ਵੱਡਾ ਗੁਰਮਤ ਦੇ ਵਿੱਚ ਵਿਧਾਨ ਹੈ ਕਿ ਉਹਨਾਂ ਨੇ ਵੀ ਗੋਸ਼ਟੀ ਕਰਕੇ ਹੀ ਸਿੱਖ ਮਤ ਨੂੰ ਉਭਾਰਿਆ ਸੀ, ਤੇ ਗੋਸ਼ਟੀ ਕਰਕੇ ਹੀ ਗੋਸ਼ਟੀਆਂ ਹੀ ਹੈ ਜਿਹੜੀ ਪਿੰਡਾਂ 'ਚ ਸਭਾਵਾਂ ਹੁੰਦੀਆਂ, ਪਿੰਡਾਂ 'ਚ ਸਿਆਸੀ ਕਾਨਫਰੰਸਾਂ ਹੁੰਦੀਆਂ, ਰੈਲੀਆਂ ਹੁੰਦੀਆਂ। ਕੱਲੀ ਵੋਟ ਹੀ ਨਹੀਂ ਮੰਗਦੇ ਇਹ ਰਾਜਸੀ ਤੌਰ ਤੇ ਵਰਕਰ ਨੂੰ, ਰਾਜਸੀ ਤੌਰ ਤੇ ਲੋਕਾਂ ਨੂੰ ਚੇਤਨ ਵੀ ਕਰਦੇ ਆ ਸਿਆਸੀ ਲੋਕ ਕਿ ਤੁਹਾਡੀ ਵੋਟ ਦਾ ਅਸਲੀ ਹੱਕਦਾਰ ਕੌਣ ਹੈ। ਇਹ ਲੋਕਾਂ ਨੇ ਸੋਚਣਾ ਹੈ ਕਿ ਸਾਡੀ ਵੋਟ ਦਾ ਅਸਲੀ ਹੱਕਦਾਰ ਕੌਣ ਹੈ, ਕੰਮ ਕਰਨ ਵਾਲਾ ਜਾਂ ਕੰਮ ਵਿਗਾੜਨ ਵਾਲਾ, ਚੋਰੀ ਕਰਨ ਵਾਲਾ ਜਾਂ ਚੋਰੀ ਨੂੰ ਫੜ ਕੇ ਲਿਆਉਣ ਵਾਲਾ, ਠੱਗੀਆਂ ਮਾਰਨ ਵਾਲਾ ਜਾਂ ਠੱਗੀਆਂ ਵਾਲਿਆਂ ਨੂੰ ਫੜ ਕੇ ਅੰਦਰ ਦੇਣ ਵਾਲਾ। ਪਰ ਇਹ ਚੀਜ਼ਾਂ ਤੇ ਜੇ ਵਿਚਾਰ ਕਰਾਂਗੇ, ਲੋਕ ਇਹਦੇ ਤੇ ਸੋਚਣਗੇ ਤਾਂ ਵੋਟ ਉਹ ਸਾਫ਼ ਸੁਥਰੇ ਆਦਮੀ ਨੂੰ ਜ਼ਰੂਰ ਪਾਉਣਗੇ। ਪਰ ਸ਼ਾਹ ਸਾਹਿਬ, ਆਜ਼ਾਦੀ ਤੋਂ ਬਾਅਦ ਹੁਣ ਤੱਕ ਲੋਕ ਸੁਣਦੇ ਹੀ ਰਹੇ ਆ, ਹੁਣ ਤੱਕ ਇਹੋ ਜਿਹਾ ਰੁਝਾਨ ਨਹੀਂ ਆਇਆ। ਜੇ ਹੁਣ ਸਵਾਲ ਪੁੱਛਣ ਲੱਗੇ ਆ ਲੋਕ ਤੇ ਲੀਡਰਾਂ ਕੋਲੇ ਜਵਾਬ ਨਹੀਂ ਹੁੰਦੇ, ਜਵਾਬ ਨਹੀਂ ਹੁੰਦੇ, ਭੱਜ ਜਾਂਦੇ। ਜਵਾਬ ਦੇਣੇ ਚਾਹੀਦੇ, ਬਿਲਕੁਲ ਭੱਜਣਾ ਨਹੀਂ ਚਾਹੀਦਾ, ਜਵਾਬ ਦੇਣੇ ਚਾਹੀਦੇ ਆ। ਲੋਕ ਕੋਈ ਐਸੇ ਨਹੀਂ ਕਿ ਤੁਹਾਡੇ ਨਾਲ ਕੋਈ 57 ਕਰਨਗੇ। ਲੋਕ ਤੁਹਾਨੂੰ ਸਵਾਲ ਪੁੱਛਦੇ ਆ, ਉਹਨਾਂ ਨੂੰ ਜਵਾਬ ਦਿਓ। ਜਵਾਬ ਤੁਹਾਡਾ ਸਫੀਸ਼ੀਐਂਟ ਹੋਊਗਾ ਉਹ ਮੰਨ ਲੈਣਗੇ, ਸਫੀਸ਼ੀਐਂਟ ਨਾ ਹੋਊਗਾ ਤਾਂ ਨਹੀਂ ਮੰਨਣਗੇ। ਜਵਾਬ ਉਹਨਾਂ ਦਾ ਮੰਗਣਾ ਹੱਕ ਹੈ, ਤੁਹਾਡਾ ਦੇਣਾ ਫਰਜ਼ ਹੈ। ਤੁਸੀਂ ਆਪਦੇ ਫਰਜ਼ ਨੂੰ ਪਛਾਣੋ, ਉਹ ਆਪਦੇ ਹੱਕ ਨੂੰ ਪਛਾਣਨਗੇ। ਉਹ ਹੱਕ ਮੰਗਣਗੇ, ਤੁਸੀਂ ਆਪਦਾ ਫਰਜ਼ ਨਿਭਾਓ। ਗੱਲ ਤਾਂ ਇਹਨੂੰ ਹੀ ਹੈ, ਨਾ ਭੱਜਣ ਵਾਲੇ ਦਾ ਇਹਦੇ 'ਚ ਕੋਈ ਭਲਾ ਹੋਣਾ ਤੇ ਸਵਾਲ ਪੁੱਛਣ ਵਾਲੇ ਦਾ ਪੁੱਛਣਾ। ਇਸ ਕਰਕੇ ਮੈਂ ਇਹਦੇ ਨਾਲ ਮੁੱਤਫਿਕ ਹਾਂ ਵੀ ਸਵਾਲ ਜ਼ਰੂਰ ਪੁੱਛੋ, ਲੇਕਿਨ ਸਾਰਥਕ ਪੁੱਛੋ। ਜੀ ਸ਼ਾਹ ਸਾਹਿਬ, ਤੁਹਾਡੀਆਂ ਗੱਲਾਂ ਤੋਂ ਇੰਜ ਲੱਗਦਾ ਕਿ ਪੰਜਾਬ ਦੀ ਭਲਾਈ ਲਈ ਤੁਹਾਡੇ ਨਾਲ ਹਜੇ 2 ਘੰਟੇ ਹੋਰ ਗੱਲਾਂ ਬਾਤਾਂ ਕਰੀ ਜਾਈਏ, ਤੇ ਪਰ ਹੁਣ ਟਾਈਮ ਸਾਥ ਨਹੀਂ ਦਿੰਦਾ। ਫੇਰ ਕਿਸ ਦਿਨ ਤੁਹਾਡੇ ਤੋਂ ਅਸੀਂ ਬੇਨਤੀ ਕਰਾਂਗੇ ਟਾਈਮ ਲੈਣ ਦੀ। ਤੇ ਲਾਸਟ ਵਿੱਚ ਸੰਖੇਪ 'ਚ ਕੋਈ ਸਾਡੇ ਦਰਸ਼ਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਤਾਂ ਇੱਕੋ ਗੱਲ ਕਹੂੰਗਾ,
ਸਮੁੱਚੇ ਪੰਜਾਬ ਦੇ ਸਮੁੱਚੇ ਆਵਾਮ ਨੂੰ ਤੇ ਸਮੁੱਚੇ ਦੇਸ਼ ਦੇ ਆਵਾਮ ਨੂੰ ਜੀ ਜੇ ਡੈਮੋਕ੍ਰੇਸੀ ਨੂੰ ਤਕੜਾ ਕਰਨਾ ਜੀ ਅਤੀ ਜ਼ਰੂਰੀ ਹੈ। ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਜੀ ਪੋਜ਼ਿਟਿਵ ਕਰੋ, ਨੈਗੇਟਿਵ ਕਰੋ, ਨੋਟਾ ਕਰੋ, ਕਿਸੇ ਨੂੰ ਕਰੋ, ਜੀ ਘਰੋਂ ਜਾ ਕੇ ਵੋਟ ਜ਼ਰੂਰ ਪਾ ਕੇ ਆਓ। ਜੀ ਇੱਕ ਹਰ ਇੱਕ ਦੀ ਗੱਲ ਸੁਣੋ, ਗੱਲ ਸੁਣ ਕੇ ਉਹਦੇ ਤੇ ਸੋਚੋ ਵੀ ਤੁਹਾਡੀ ਵੋਟ ਦਾ ਕੌਣ ਹੱਕਦਾਰ ਹੈ। ਜੀ ਹਰ ਇੱਕ ਦਾ ਸਿਆਸੀ ਬੰਦੇ ਦਾ ਪਿਛੋਕੜ ਦੇਖੋ ਵੀ ਹੁਣ ਤੱਕ ਉਹਨੇ ਕੀ ਖੱਟਿਆ, ਕੀ ਕਮਾਇਆ, ਕੀ ਉਹਨੇ ਲੋਕਾਂ ਦੇ ਭਲੇ ਲਈ ਕੰਮ ਕੀਤੇ ਜਾਂ ਆਪਦੇ ਪਰਿਵਾਰ ਲਈ ਕੰਮ ਕੀਤੇ ਜਾਂ ਆਪਦੀਆਂ ਕੋਠੀਆਂ ਕਾਰਾਂ ਬਣਾਉਣ ਲਈ ਕੰਮ ਕੀਤੇ ਜਾਂ ਉਹਨੇ ਆਪਣਾ ਜੀਵਨ ਲੋਕਾਂ ਦੇ ਲਾ ਦਿੱਤਾ। ਇਹੋ ਜਿਹੇ ਬੰਦੇ ਜਿਹੜੇ ਪੰਜਾਬ ਦੀ ਜਾਂ ਲੋਕ ਸਭਾ 'ਚ ਜਾ ਕੇ ਬੋਲਣ ਦਾ ਕੰਮ ਕਰਦੇ ਆ, ਤੁਹਾਡੇ ਮਸਲਿਆਂ ਨੂੰ ਉੱਥੇ ਰੱਖਦੇ ਆ, ਕੇਵਲ ਤੇ ਕੇਵਲ ਉਹਨਾਂ ਵਿਧਾਇਕਾਂ ਨੂੰ, ਉਹਨਾਂ ਲੋਕਾਂ ਨੂੰ, ਉਹਨਾਂ ਨੁਮਾਇੰਦਿਆਂ ਨੂੰ ਅਸੈਂਬਲੀ 'ਚ ਭੇਜੋ ਜਿਹੜੇ ਤੁਹਾਡੇ ਮਸਲਿਆਂ ਨੂੰ ਅਸੈਂਬਲੀ 'ਚ ਲਿਜਾ ਸਕਣ, ਲੋਕ ਸਭਾ 'ਚ ਲਿਜਾ ਸਕਣ। ਜਿਹੜੇ ਉੱਥੇ ਸੌਂ ਕੇ ਮੁੜੇ ਆਉਂਦੇ ਆ, ਭੱਤੇ ਲੈ ਕੇ ਮੁੜੇ ਆਉਂਦੇ ਆ, ਹੱਕ ਹੋਣਾ ਚਾਹੀਦਾ ਲੋਕਾਂ ਨੂੰ। ਜਿਹਨੇ ਅਸੈਂਬਲੀ 'ਚ ਜਾ ਕੇ ਕੰਮ ਨਹੀਂ ਕੀਤਾ 5 ਸਾਲਾਂ 'ਚ, 4 ਸਾਲਾਂ ਬਾਅਦ, 3 ਸਾਲਾਂ ਬਾਅਦ, 2 ਸਾਲਾਂ ਬਾਅਦ, ਇੱਕ ਉਹਨਾਂ ਨੂੰ ਵਾਪਸ ਮੰਗਾਉਣ ਦਾ ਵੀ ਹੱਕ ਹੋਣਾ ਚਾਹੀਦਾ ਕਿ ਤੂੰ 3 ਸਾਲ ਅਸੈਂਬਲੀ 'ਚ ਬੋਲਿਆ ਨਹੀਂ, ਤੂੰ ਕੋਈ ਮਸਲਾ ਨਹੀਂ ਆਪਦੇ ਹਲਕੇ ਦਾ ਜਾਂ ਲੋਕਾਂ ਦਾ ਉਠਾਇਆ, ਤੈਨੂੰ ਅਸੈਂਬਲੀ 'ਚ ਰਹਿਣ ਦਾ ਕੋਈ ਹੱਕ ਨਹੀਂ, ਤੈਨੂੰ ਕੋਈ ਭੱਤਾ ਨਹੀਂ ਮਿਲਣਾ ਚਾਹੀਦਾ। ਇਹ ਅਧਿਕਾਰ ਵੀ ਲੋਕਾਂ ਨੂੰ ਮਿਲਣਾ ਚਾਹੀਦਾ ਕਿ ਚੁਣਿਆ ਹੋਇਆ ਨੁਮਾਇੰਦਾ ਵੀ ਵਾਪਸ ਬੁਲਾਇਆ ਜਾ ਸਕੇ। ਮੈਂ ਇਹੋ ਜਿਹੇ ਸੁਧਾਰਾਂ ਦੇ ਨਾਲ ਆਪਦੀ ਗੱਲ ਲੈ ਕੇ ਲੋਕਾਂ 'ਚ ਜਾਵਾਂਗਾ। ਇਹੀ ਮੇਰਾ ਲੋਕਾਂ ਦੇ ਨਾਲ ਵਿਚਾਰ ਹੈ, ਇਹੀ ਮੇਰਾ ਉਹਨਾਂ ਨੂੰ ਸੁਝਾਅ ਹੈ, ਇਹੀ ਮੇਰਾ ਸੰਦੇਸ਼ ਹੈ ਕਿ ਤੁਸੀਂ ਚੰਗੇ, ਸਿਆਣੇ, ਸੁਲਝੇ ਹੋਏ, ਪੜ੍ਹੇ ਲਿਖੇ ਲੋਕ, ਅੱਜ ਯੁੱਗ ਨਹੀਂਗਾ ਕਿ ਗੁੰਡਿਆਂ ਨੂੰ ਉੱਥੇ ਭੇਜਿਆ ਜਾਵੇ, ਅੱਜ ਯੁੱਗ ਨਹੀਂਗਾ ਕਿ ਲੁਟੇਰਿਆਂ ਨੂੰ ਉੱਥੇ ਭੇਜਿਆ ਜਾਵੇ, ਅੱਜ ਯੁੱਗ ਨਹੀਂਗਾ ਕਿ ਕ੍ਰਾਈਮ ਪੇਸ਼ਾ ਲੋਕ ਆ ਜਿਹੜੇ ਉਹ ਮਸਲ ਦੇ ਜ਼ੋਰ ਤੇ ਉੱਥੇ ਚਲੇ ਜਾਣ। ਉਹਨਾਂ ਲੋਕਾਂ ਨੂੰ ਵੋਟ ਨਾ ਪਾਓ, ਕੇਵਲ ਤੇ ਕੇਵਲ ਇਮਾਨਦਾਰ ਲੋਕਾਂ ਨੂੰ ਪਰਖ ਕੇ ਵੋਟ ਪਾਓ। ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਜੀ, ਤੁਸੀਂ ਆਏ, ਮੈਨੂੰ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਯਤਨ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ਾਹ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਆਸ ਹੈ ਕਿ ਭਵਿੱਖ 'ਚ ਵੀ ਸਾਨੂੰ ਟਾਈਮ ਆਪਦੇ ਕੀਮਤੀ ਟਾਈਮ 'ਚ ਦਿੰਦੇ ਰਹੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਨੂੰ ਆਸ ਹੈ ਕਿ ਸ਼ਾਹ ਸਾਹਿਬ ਦੇ ਜਿਹੜੇ ਵਿਚਾਰ ਹੈ ਤੁਹਾਨੂੰ ਬਹੁਤ ਵਧੀਆ ਲੱਗੇ ਹੋਣਗੇ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੇ ਸ਼ਾਹ ਸਾਹਿਬ ਵਰਗੇ ਉੱਚ ਸ਼ਖਸੀਅਤਾਂ, ਉੱਚ ਵਿਚਾਰਾਂ ਵਾਲੇ ਨੁਮਾਇੰਦੇ ਆ ਸਾਡੇ, ਜਿਹੜੇ ਪੰਜਾਬ ਨੂੰ ਕੁਝ ਚੰਗੀ ਸੇਧ ਦੇ ਸਕਦੇ ਆ, ਪੰਜਾਬ ਸੁਧਾਰ ਲਿਆ ਸਕਦੇ ਆ, ਅਜਿਹੇ ਨੁਮਾਇੰਦਿਆਂ ਨੂੰ ਅੱਗੇ ਲਵਾਈਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।